ਹੈਲੋ ਫਰੈਂਡਸ, ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਤੇ ਸਟੱਡੀ ਫॉर ਐਲਵਸ। ਇੱਥੇ ਅਸੀਂ ਤਿਆਰੀ ਕਰ ਰਹੇ ਹਾਂ ਮਾਸਟਰ ਕੈਡਰ ਕੈਮਿਸਟਰੀ ਦੀ। ਜਿਸ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਤੇ ਇਹ ਹੈ ਜੀ ਤੁਹਾਡਾ ਸਿਲੇਬਸ ਕੋਆਰਡੀਨੇਸ਼ਨ ਕੰਪਾਊਂਡ ਐਂਡ ਆਰਗੈਨਿਕ ਮੈਟੈਲਿਕ ਕੰਪਾਊਂਡ ਜੋ ਨੇ ਇਹ ਸਾਡਾ ਚੈਪਟਰ ਚੱਲ ਰਿਹਾ ਹੈ। ਪਾਰਟ 1 ਤੇ ਪਾਰਟ 2 ਕੰਪਲੀਟ ਹੋ ਚੁੱਕਿਆ। ਅੱਜ ਅਸੀਂ ਆਪਣੇ ਇਸ ਪਾਰਟ ਦੇ ਵਿੱਚ ਕਰਾਂਗੇ ਆਈਸੋਮੈਰਿਜ਼ਮ। ਠੀਕ ਹੈ ਜੀ, ਆਈਸੋਮੈਰਿਜ਼ਮ ਕਰਾਂਗੇ ਅਤੇ ਕੁਛ ਲਾਸਟ ਵੀਡੀਓ ਦੇ ਵਿੱਚ ਆਈ ਮੀਨ ਟੂ ਸੇ ਪਾਰਟ 2 ਦੇ ਵਿੱਚ ਥੋੜ੍ਹੇ ਡਾਊਟ ਸੀਗੇ ਸਟੂਡੈਂਟਸ ਦੇ, ਉਹਨੂੰ ਥੋੜ੍ਹਾ ਜਿਹਾ ਰਿਵਾਈਜ਼ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ ਅੱਜ ਦਾ ਟੋਪਿਕ ਆਈਸੋਮੈਰਿਜ਼ਮ ਸਟਾਰਟ ਕਰਾਂਗੇ ਜੀ। ਲੈਟ ਅਸ ਸਟਾਰਟ ਦਾ ਟੋਪਿਕ। ਅਤੇ ਮੈਂ ਤੁਹਾਨੂੰ ਪਾਰਟ 2 ਦੇ ਵਿੱਚ ਦੱਸਿਆ ਸੀ ਕਿ ਸਾਡੇ ਕੋਲ ਕੁਛ ਲੀਗੈਂਡਸ ਹੁੰਦੇ ਨੇ, ਜਿੱਦਾਂ ਕਿ ਅਨਾਇਨਿਕ ਲੀਗੈਂਡਸ, ਕੈਟਾਇਨਿਕ ਐਂਡ ਨਿਊਟਰਲ। ਠੀਕ ਹੈ ਜੀ, ਅਨਾਇਨਿਕ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਇਹ ਸਾਰੇ ਦੇਖੋ ਅਨਾਇਨਿਕ ਨੇ ਜਿਨ੍ਹਾਂ ਦੇ ਉੱਪਰ ਨੈਗੇਟਿਵ ਚਾਰਜ ਤੁਹਾਨੂੰ ਦਿਖਾਈ ਦੇ ਰਿਹਾ। ਇਹ ਤੁਹਾਨੂੰ ਲਰਨ ਕਰਨੇ ਪੈਣੇ ਨੇ। ਓਕੇ, ਜਿੱਦਾਂ ਫਲੋਰਾਈਡ ਦੇ ਉੱਪਰ ਦੇਖੋ ਦੈਟ ਇਜ਼ ਫਲੋਰਾਈਡੋ ਮੀਨਸ ਇਹਦੇ ਉੱਤੇ ਕਿੰਨਾ ਚਾਰਜ ਹੈ, 1 ਚਾਰਜ ਹੈ। ਇਸ ਦੇ ਉੱਤੇ ਵੀ 1 ਚਾਰਜ ਹੈ। ਇਸ ਦੇ ਉੱਪਰ 2 ਚਾਰਜ ਹੈ, 2 ਐਜਿਸ ਦੇ ਉੱਪਰ। ਠੀਕ ਹੈ, ਇਸ ਦੇ ਉੱਪਰ 1 ਚਾਰਜ ਹੈ, ਇਸ ਦੇ ਉੱਪਰ 3 ਹੈ, 3 ਨੈਗੇਟਿਵ। ਇਸ ਦੇ ਉੱਪਰ -1 -1 -1 ਮੀਨਸ ਤੁਸੀਂ ਇਹ ਸਾਰੇ ਕੰਪਲੀਟ ਨੂੰ ਦੇਖਣਾ ਅਤੇ ਚਾਰਜ ਲਰਨ ਕਰਨਾ। ਕਲੋਰਾਈਡੋ ਦੇ ਉੱਤੇ -1, ਨਾਈਟ੍ਰੇਟੋ ਓ ਦੇ ਉੱਪਰ ਹੈਗਾ ਦੈਟ ਇਜ਼ ਇਹਦੇ ਉੱਤੇ ਵੀ -1, CN -1 ਐਂਡ ਪਰੋਕਸੋ ਦੈਟ ਇਜ਼ -2। ਸੋ ਇਸ ਤਰੀਕੇ ਨਾਲ ਇਹ ਸਾਰੇ ਚਾਰਜਿਸ ਜਿਹੜੇ ਨੇ ਤੁਸੀਂ ਲਰਨ ਕਰ ਲੈਣੇ ਨੇ। ਅਤੇ ਨੈਕਸਟ ਜੋ ਹੈ ਇਹ ਯੂਜ਼ ਹੋਣਗੇ ਅੱਜ ਦੇ ਪਾਰਟ ਦੇ ਵਿੱਚ। ਅਤੇ ਪੋਜ਼ੀਟਿਵ ਲੀਗੈਂਡਸ ਦੇਖੋ ਕਿਹੜੇ ਕਿਹੜੇ ਹੁੰਦੇ ਨੇ, NO ਪੋਜ਼ੀਟਿਵ, NH2 ਇਹ ਸਾਰੇ ਪੋਜ਼ੀਟਿਵ ਲੀਗੈਂਡਸ ਆ ਗਏ। ਇਹ ਥੋੜ੍ਹੇ ਘੱਟ ਇੰਪੋਰਟੈਂਟ ਨੇ, ਉੱਪਰ ਵਾਲੇ ਜ਼ਿਆਦਾ ਇੰਪੋਰਟੈਂਟ ਨੇ। ਨਿਊਟਰਲ ਦੇ ਵਿੱਚ ਇਹ ਸਾਰੇ ਆ ਜਾਂਦੇ ਨੇ। ਅਗਰ EN ਯੂਜ਼ ਹੋ ਰਿਹਾ ਤਾਂ ਤੁਸੀਂ ਸਮਝ ਜਾਣਾ ਕਿ ਉਹਦਾ ਚਾਰਜ 0 ਹੁੰਦਾ। ਠੀਕ ਹੈ ਜੀ, ਪਿਰੀਡੀਨ ਦਾ ਵੀ ਚਾਰਜ 0 ਹੁੰਦਾ। ਓਕੇ, ਇਹ ਸਭ ਦੇ ਚਾਰਜਿਸ ਕੀ ਹੁੰਦੇ ਨੇ, 0। ਫੋਸਫੀਨ ਦਾ ਚਾਰਜ 0। ਸੋ ਇਹ ਤਿੰਨੋਂ ਜਿਹੜੇ ਪਾਰਟ ਨੇ ਇੰਪੋਰਟੈਂਟ ਨੇ। ਅਤੇ ਉਸ ਤੋਂ ਬਾਅਦ ਹੈਗਾ ਅਸੈਪਸ਼ਨਸ ਦੱਸੇ ਸੀ ਕੁਛ, ਕਿ ਜੋ ਵਾਟਰ ਹੁੰਦਾ ਉਹ ਵੀ ਨਿਊਟਰਲ ਹੁੰਦਾ। NO ਨਿਟਰੋਸਲ ਕਹਿੰਦੇ ਨੇ ਇਹਨੂੰ। ਅਮਾਈਨ ਵੀ ਇਹਦਾ ਵੀ ਚਾਰਜ 0 ਹੁੰਦਾ, ਕਾਰਬੋਨਿਲ ਦਾ ਵੀ 0 ਹੁੰਦਾ। ਸੋ ਇਹ ਅਸੈਪਸ਼ਨਸ ਨੇ ਜਿਨ੍ਹਾਂ ਦੇ ਚਾਰਜ ਜਿਹੜੇ ਨੇ 0 ਹੁੰਦੇ ਨੇ। ਕੋਆਰਡੀਨੇਸ਼ਨ ਕੰਪਾਊਂਡ ਦੇ ਵਿੱਚ ਇਹ ਸਾਰੇ ਹੈਗੇ ਲੀਗੈਂਡਸ ਨੇ। ਓਕੇ, ਆਲ ਆਰ ਲੀਗੈਂਡਸ। ਇਹਨਾਂ ਦੇ ਚਾਰਜਿਸ ਤੁਸੀਂ ਯਾਦ ਰੱਖਣੇ ਨੇ। ਠੀਕ ਹੈ ਜੀ, ਲਰਨ ਕਰੋ ਫਿਰ ਕੁਐਸਚਨਸ ਨੂੰ ਸੋਲਵ ਕਰੋ। ਉਸ ਤੋਂ ਬਾਅਦ ਹੈਗਾ ਕੁਛ ਪ੍ਰੈਕਟਿਸ ਕੁਐਸਚਨਸ ਦੇਖ ਲੈਂਦੇ ਹਾਂ। ਦੇਖੋ ਹੁੰਦਾ ਕੀ ਹੈ, ਸਾਡੇ ਕੋਲੇ ਸਪੋਜ਼ ਕੋਈ ਕੰਪਲੈਕਸ ਐਂਟਿਟੀ ਹੁੰਦੀ ਹੈ। ਸਾਨੂੰ ਪਤਾ ਹੈ ਕਿ ਕੰਪਲੈਕਸ ਐਂਟਿਟੀ ਨੂੰ ਅਸੀਂ ਸਕੁਏਅਰ ਬ੍ਰੈਕਟ ਦੇ ਵਿੱਚ ਲਿਖਦੇ ਹਾਂ, ਅਤੇ ਇੱਥੇ ਸਾਡੇ ਕੋਲ ਮੈਟਲ ਹੁੰਦਾ ਅਤੇ ਇੱਥੇ ਲੀਗੈਂਡਸ ਹੁੰਦੇ ਨੇ। ਓਕੇ ਜੀ, ਅਗਰ ਤੁਸੀਂ ਆਲ ਓਵਰ ਐਂਟਿਟੀ ਦੇ ਉੱਪਰ ਚਾਰਜ ਕੱਢਣਾ, ਠੀਕ ਹੈ, ਤਾਂ ਤੁਹਾਨੂੰ ਮੈਟਲ ਦਾ ਚਾਰਜ ਵੀ ਪਤਾ ਹੋਣਾ ਚਾਹੀਦਾ, ਤੁਹਾਨੂੰ ਲੀਗੈਂਡਸ ਦਾ ਵੀ ਚਾਰਜ ਪਤਾ ਹੋਣਾ ਚਾਹੀਦਾ। ਲੀਗੈਂਡਸ ਦੀ ਮੈਂ ਤੁਹਾਨੂੰ ਉੱਪਰ ਲਿਸਟ ਪ੍ਰੋਵਾਈਡ ਕਰ ਦਿੱਤੀ ਹੈ, ਉਹ ਤੁਸੀਂ ਲਰਨ ਕਰਨੀ ਹੈ। ਅਤੇ ਮੈਟਲਸ ਜਿਹੜੇ ਨੇ ਆਪਾਂ ਲੋਅਰ ਕਲਾਸਿਸ ਦੇ ਵਿੱਚ ਥੋੜ੍ਹੇ ਬਹੁਤ ਪੜ੍ਹੇ ਵੀ ਹੋਏ ਨੇ, ਉਹਨਾਂ ਦੇ ਚਾਰਜਿਸ ਵੀ ਤੁਸੀਂ ਲਰਨ ਕਰਨੇ ਨੇ। ਠੀਕ ਹੈ ਜੀ, ਤਾਂ ਲੀਗੈਂਡਸ ਦੇ ਉੱਪਰ ਡਿਸਕਸ ਹੋ ਚੁੱਕੇ ਨੇ। ਹੁਣ ਕੁਛ ਇੰਪੋਰਟੈਂਟ ਮੈਟਲਸ ਦੇ ਚਾਰਜਿਸ ਦੇਖ ਲਓ। ਜਿਹੜੇ ਮੈਟਲ ਦੇ ਉੱਤੇ ਚਾਰਜ ਹੁੰਦੇ ਨੇ ਉਹ ਦੇਖੋ ਕਿਹੜੇ ਕਿਹੜੇ ਮੈਟਲ ਇਸ ਚੈਪਟਰ 'ਚ ਯੂਜ਼ ਹੋਣਗੇ। ਦੈਟ ਇਜ਼ ਨਿਕਲ। ਇਹ ਸਾਰੇ ਆਲਮੋਸਟ ਟ੍ਰਾਂਜੀਸ਼ਨ ਮੈਟਲਸ ਨੇ ਜੋ ਤੁਸੀਂ P ਬਲੋਕ, F ਬਲੋਕ, DF ਬਲੋਕ ਉਹਦੇ ਵਿੱਚ ਇਹ ਦੁਬਾਰਾ ਉੱਥੇ ਅਸੀਂ ਸਟੱਡੀ ਕਰਾਂਗੇ। ਓਕੇ, ਫਿਲਹਾਲ ਤੁਸੀਂ ਇਹਨਾਂ ਨੂੰ ਲਰਨ ਕਰ ਲਓ ਕਿ ਜੋ ਨਿਕਲ ਹੈ, ਨਿਕਲ ਦੇ ਉੱਪਰ ਚਾਰਜ +2 ਹੁੰਦਾ। ਕੋਬਾਲਟ 'ਤੇ 2 ਚਾਰਜਿਸ ਪੋਸੀਬਲ ਨੇ, +3 ਐਂਡ +2। ਕਾਮਨਲੀ ਯੂਜ਼ ਹੋਏਗਾ +3। ਓਕੇ ਜੀ, ਕਲੋਰੀਨ ਦੇ ਉੱਪਰ ਚਾਰਜ ਸਭ ਨੂੰ ਪਤਾ ਹੁੰਦਾ ਕਿ -1 ਹੈ। ਆਇਰਨ ਦੇ ਉੱਪਰ ਵੀ ਦੇਖ ਲਓ 2 ਚਾਰਜਿਸ ਹੁੰਦੇ ਨੇ, +2 ਅਤੇ +3 ਚਾਰਜਿਸ ਹੁੰਦੇ ਨੇ। ਕਾਪਰ ਦੇ ਉੱਤੇ ਚਾਰਜ ਹੁੰਦੇ ਨੇ, ਮੀਨਸ ਇੰਨੇ ਨੇ ਚਾਰਜਿਸ ਇਹਨਾਂ ਦੇ ਪੋਸੀਬਲ ਨੇ। ਸੋ ਕਾਪਰ, ਕ੍ਰੋਮੀਅਮ, ਪਲੈਟੀਨਮ ਇਹਨਾਂ ਦਾ ਤੁਸੀਂ ਯਾਦ ਕਰਨਾ +2 ਕਾਮਨ ਹੈ, +2 ਐਂਡ +2। ਠੀਕ ਹੈ ਜੀ, ਜ਼ਿੰਕ ਦਾ ਵੀ +2 ਕਾਮਨ ਹੈ, Ag ਦਾ ਹੁੰਦਾ +1 ਐਂਡ ਪੋਟਾਸ਼ੀਅਮ ਦਾ +1 ਐਂਡ ਕੈਲਸ਼ੀਅਮ ਦਾ +2। ਇਹ ਕੁਛ ਮੈਟਲਸ ਨੇ ਜਿਨ੍ਹਾਂ ਦੇ ਤੁਸੀਂ ਚਾਰਜਿਸ ਲਰਨ ਕਰਨੇ ਨੇ। ਓਕੇ ਜੀ, ਇਹਨਾਂ ਨੂੰ ਲਰਨ ਕਰੋ, ਲਿਖ ਲਓ। ਅਤੇ ਹੁਣ ਕੁਐਸਚਨ ਵੱਲ ਦੇਖੋ। ਕਹਿੰਦੇ ਚਾਰਜ ਪਤਾ ਕਰੋ ਇਸ ਕੰਪਲੈਕਸ ਆਇਨ ਦਾ। ਦੇਖੋ ਇਹਦੇ ਉੱਪਰ ਅਸੀਂ ਚਾਰਜ ਪਤਾ ਕਰਨਾ, ਇਸ ਕੰਪਲੈਕਸ ਦੇ ਉੱਪਰ ਚਾਰਜ ਪਤਾ ਕਰਨਾ। ਇੱਥੇ ਚਾਰਜ ਫਿਲਹਾਲ ਪਹਿਲਾਂ ਹੀ ਦਿੱਤਾ ਹੋਇਆ, ਬਟ ਅਸੀਂ ਇਹਨੂੰ ਫਾਈਂਡ ਕਰਦੇ ਹਾਂ ਕਿ +2 ਆਇਆ ਕਿਵੇਂ। ਦੇਖੋ ਕੋਬਾਲਟ ਦੀ ਵੈਲੈਂਸੀ ਜਾਂ ਕੋਬਾਲਟ ਦਾ ਜੋ ਚਾਰਜ ਹੈ ਉਹ ਕਿੰਨਾ ਹੈ, +3 ਹੁੰਦਾ। ਕਲੋਰੀਨ ਦਾ ਕਿੰਨਾ ਹੁੰਦਾ, -1 ਹੁੰਦਾ। ਅਮੋਨੀਆ ਦਾ ਕਿੰਨਾ ਹੁੰਦਾ, ਦਿਸ ਇਜ਼ ਨਿਊਟਰਲ, ਤਾਂ ਇਹਦਾ 0 ਹੁੰਦਾ। ਠੀਕ ਹੈ, ਤਾਂ ਜਿਹੜੀ ਇਹ ਕੰਪਲੈਕਸ ਐਂਟਿਟੀ ਹੈ, ਇੱਥੇ ਜਿਹੜਾ ਅਸੀਂ ਚਾਰਜ ਫਾਈਂਡ ਕਰ ਰਹੇ ਹਾਂ ਇਹ ਹੋਲ ਦਾ ਚਾਰਜ ਹੈ, ਕੰਪਲੀਟ ਦਾ ਚਾਰਜ ਹੈ। ਓਕੇ, ਨਾਟ ਓਨਲੀ ਫॉर ਕੋਬਾਲਟ, ਸਭ ਦਾ ਹੀ ਚਾਰਜ ਹੈ ਇਹ। ਓਕੇ ਜੀ,
ਸੋ ਇਸ ਤੋਂ ਬਾਅਦ ਦੇਖੋ ਸਾਰਿਆਂ ਨੂੰ ਤੁਸੀਂ ਐਡ ਕਰ ਦੇਣਾ, ਤਿੰਨਾਂ ਦੇ ਚਾਰਜਿਸ ਨੂੰ ਐਡ ਕਰ ਦਿਓ ਅਤੇ ਐਡ ਕਰਨ ਤੋਂ ਬਾਅਦ ਤੁਹਾਡੇ ਕੋਲ ਕੀ ਆਏਗਾ, ਦੈਟ ਇਜ਼ +2 ਨਿਕਲ ਕੇ ਆ ਜਾਏਗਾ। ਦਿਸ ਇਜ਼ +2। ਓਕੇ, ਨੈਕਸਟ ਹੈਗਾ ਸਾਡੇ ਕੋਲ ਕੋਬਾਲਟ Cl3NH3। ਦੇਖੋ ਅਗੇਨ ਕੋਬਾਲਟ ਦਾ ਚਾਰਜ ਕਿੰਨਾ ਹੁੰਦਾ +3, ਕਲੋਰੀਨ ਦਾ ਚਾਰਜ ਕਿੰਨਾ ਹੁੰਦਾ ਦੈਟ ਇਜ਼ -1। ਓਕੇ, ਅਮੋਨੀਆ ਦਾ ਚਾਰਜ ਹੁੰਦਾ 0। ਸੋ ਇਹ ਸਾਰੇ ਚਾਰਜਿਸ ਤੁਹਾਨੂੰ ਲਰਨ ਨੇ, ਇਹਨਾਂ ਨੂੰ ਸਭ ਨੂੰ ਐਡ ਕਰ ਦਿਓ, ਇਹਨੂੰ ਸੋਲਵ ਕਰਕੇ ਦੇਖੋ 0 ਆਏਗਾ। 0 ਆ ਗਿਆ, ਦੈਟ ਮੀਨ ਇਸ ਕੰਪਲੀਟ ਐਂਟਿਟੀ ਦੇ ਉੱਪਰ ਕਿੰਨਾ ਚਾਰਜ ਹੈ, 0 ਚਾਰਜ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਨੈਕਸਟ ਆ ਜਾਂਦਾ ਸਾਡੇ ਕੋਲ, ਦੇਖੋ ਆਹ 2 ਟਰਮਸ ਨੇ, ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਦੈਟ ਇਜ਼ ਆਕਸੀਡੇਸ਼ਨ ਸਟੇਟ ਔਰ ਆਕਸੀਡੇਸ਼ਨ ਨੰਬਰ, ਇੱਕੋ ਹੀ ਗੱਲ ਹੈ, ਚਾਹੇ ਆਕਸੀਡੇਸ਼ਨ ਸਟੇਟ ਕਹਿ ਦਿਓ, ਆਕਸੀਡੇਸ਼ਨ ਨੰਬਰ ਕਹਿ ਦਿਓ। ਇੱਕ ਹੁੰਦਾ ਕੋਆਰਡੀਨੇਸ਼ਨ ਨੰਬਰ, ਐਗਜ਼ਾਮ ਦੇ ਵਿੱਚ ਇਹਦੇ ਰਿਲੇਟਡ ਕੁਐਸਚਨ ਆਏ ਹੋਏ ਨੇ, ਪਾਰਟ 2 ਦੇ ਵਿੱਚ ਮੈਨੇ ਡਿਸਕਸ ਕੀਤੇ ਸੀਗੇ, ਤੁਸੀਂ ਪਾਰਟ 2 ਜ਼ਰੂਰ ਦੇਖਿਓ। ਠੀਕ ਹੈ ਨਾ। ਆਕਸੀਡੇਸ਼ਨ ਸਟੇਟ ਕੀ ਹੁੰਦੀ ਹੈ ਅਤੇ ਕੋਆਰਡੀਨੇਸ਼ਨ ਨੰਬਰ ਕੀ ਹੈ, ਨਾ ਦੋਨਾਂ 'ਚ ਫਰਕ ਹੁੰਦਾ। ਕੀ ਫਰਕ ਹੁੰਦਾ ਦੇਖੋ, ਆਕਸੀਡੇਸ਼ਨ ਸਟੇਟ ਜਾਂ ਆਕਸੀਡੇਸ਼ਨ ਨੰਬਰ ਤਾਂ ਇਹ ਹੁੰਦਾ ਹੈ ਕਿ ਜੋ ਮੈਟਲ ਹੈ, ਠੀਕ ਹੈ ਨਾ, ਜੋ ਸੈਂਟਰ 'ਤੇ ਮੈਟਲ ਹੈ ਉਸ ਦੇ ਨਾਲ ਕਿੰਨੇ ਲੀਗੈਂਡਸ ਜਿਹੜੇ ਨੇ, ਓਕੇ, ਆਕਸੀਡੇਸ਼ਨ ਸਟੇਟ ਦੀ ਗੱਲ ਕਰ ਰਹੀ ਹਾਂ, ਉਹਦੇ ਨਾਲ ਕੀ ਲੱਗੇ ਹੁੰਦੇ ਨੇ, ਦੇਖੋ ਇੱਦਾਂ ਕੋਆਰਡੀਨੇਸ਼ਨ ਬੌਂਡ ਬਣੇ ਹੁੰਦੇ ਨੇ। ਠੀਕ ਹੈ ਨਾ, ਕਿ ਕਿੰਨੇ ਜਿਹੜੇ ਨੇ ਲੀਗੈਂਡਸ ਮੈਟਲ ਤੋਂ ਰਿਮੂਵ ਹੋ ਕੇ ਚਲੇ ਗਏ, ਆਪਣੇ ਇਲੈਕਟ੍ਰੋਨ ਪੇਅਰਸ ਨੂੰ ਨਾਲ ਲੈ ਕੇ ਚਲੇ ਗਏ, ਰਿਮੂਵ ਹੋ ਗਏ। ਓਕੇ ਨਾ, ਤਾਂ ਉਹ ਕਿੰਨੇ ਰਿਮੂਵ ਹੋਏ, ਕਿੰਨੇ ਲੀਗੈਂਡਸ ਰਿਮੂਵ ਹੋਏ, ਉਹਨੂੰ ਕਹਿੰਦੇ ਨੇ ਆਕਸੀਡੇਸ਼ਨ ਸਟੇਟ। ਕਿਹਦੀ, ਦੈਟ ਇਜ਼ ਮੈਟਲ ਦੀ। ਓਕੇ, ਮੀਨਸ ਮੈਟਲ ਦੀ ਆਕਸੀਡੇਸ਼ਨ ਸਟੇਟ ਦਾ ਮਤਲਬ ਸਮਝ ਆ ਗਿਆ, ਲੀਗੈਂਡਸ ਕਿੰਨੇ ਰਿਮੂਵ ਹੋ ਗਏ। ਬਟ ਜੋ ਕੋਆਰਡੀਨੇਸ਼ਨ ਨੰਬਰ ਹੈ, ਕੋਆਰਡੀਨੇਸ਼ਨ ਨੰਬਰ ਦਾ ਮਤਲਬ ਹੁੰਦਾ ਕਿ ਕਿੰਨੇ ਲੀਗੈਂਡਸ ਅਟੈਚਡ ਨੇ ਮੈਟਲ ਦੇ ਨਾਲ, ਕਿੰਨੇ ਲੀਗੈਂਡਸ ਅਟੈਚਡ ਨੇ, ਉਹਨੂੰ ਕਹਿੰਦੇ ਨੇ ਕੋਆਰਡੀਨੇਸ਼ਨ ਨੰਬਰ। ਠੀਕ ਹੈ ਨਾ, ਕੋਆਰਡੀਨੇਸ਼ਨ ਨੰਬਰ ਦਾ ਜੋ ਕਨਸੈਪਟ ਹੈ ਉਹ ਡੋਨਰ ਐਟਮ ਨਾਲ ਵੀ ਹੈ, ਡੋਨਰ ਐਟਮ। ਠੀਕ ਹੈ, ਡੋਨਰ ਐਟਮ ਪਾਰਟ 2 ਦੇ ਵਿੱਚ ਮੈंने ਕਾਫੀ ਜ਼ਿਆਦਾ ਇਹਨੂੰ ਡਿਸਕਸ ਕੀਤਾ ਸੀ, ਡੋਨਰ ਐਟਮਸ ਨੂੰ, ਤੁਸੀਂ ਉੱਥੇ ਦੇਖ ਸਕਦੇ ਹੋ। ਇੱਥੇ ਵੀ ਅਸੀਂ ਡਿਸਕਸ ਕਰਾਂਗੇ ਵਿਦ ਦੀ ਹੈਲਪ ਆਫ ਐਗਜ਼ਾਮਪਲਸ। ਹੁਣ ਦੇਖੋ ਇਹ ਮੇਰੇ ਕੋਲ ਕੰਪਲੈਕਸ ਐਂਟਿਟੀ ਹੈ, ਠੀਕ ਹੈ, ਮੈंने ਕੀ ਫਾਈਂਡ ਕਰਨਾ ਹੈ, ਇਹਦੀ ਆਕਸੀਡੇਸ਼ਨ ਸਟੇਟ ਫਾਈਂਡ ਕਰਨੀ ਹੈ ਇਸ ਮੈਟਲ ਦੀ, ਠੀਕ ਹੈ ਨਾ, ਕੀ ਫਾਈਂਡ ਕਰਨੀ ਹੈ, ਆਕਸੀਡੇਸ਼ਨ ਸਟੇਟ। ਆਕਸੀਡੇਸ਼ਨ ਸਟੇਟ ਮਤਲਬ ਜੇਕਰ ਇਹਦੇ ਲੀਗੈਂਡਸ ਇਹਦੇ ਕੋਲੋਂ ਚਲੇ ਜਾਣ, ਆਪਣੇ ਇਲੈਕਟ੍ਰੋਨ ਪੇਅਰ ਲੈ ਕੇ ਚਲੇ ਜਾਣ, ਤਾਂ ਇਹਦੇ ਉੱਤੇ ਕਿੰਨਾ ਚਾਰਜ ਆਏਗਾ। ਠੀਕ ਹੈ ਨਾ, ਉਹਨੂੰ ਕਹਿੰਦੇ ਨੇ ਆਕਸੀਡੇਸ਼ਨ ਸਟੇਟ। ਓਕੇ, ਆਕਸੀਡੇਸ਼ਨ ਸਟੇਟ ਜਿਸ ਦੀ ਕੱਢਣੀ ਹੈ ਉਹਦੇ ਬਾਰੇ ਸਾਨੂੰ ਨਹੀਂ ਪਤਾ, ਉਹਨੂੰ ਐਕਸ ਲੈਟ ਕਰਨਾ। ਕਲੋਰੀਨ ਦਾ ਜੋ ਹੈ ਚਾਰਜ ਤੁਹਾਨੂੰ ਪਤਾ ਹੈ ਕਿ -1 ਹੁੰਦਾ, ਅਮੋਨੀਆ ਦਾ ਅਗੇਨ NH3 ਦਾ ਕਿੰਨਾ ਹੁੰਦਾ, ਦੈਟ ਇਜ਼ 0। ਐਂਡ ਤਿੰਨੋਂ ਕੀ ਨੇ, ਚਾਰਜ, ਇਹ ਵੀ ਤਾਂ ਚਾਰਜ ਹੈ ਨਾ, ਇਹ ਵੀ ਤਾਂ ਚਾਰਜ ਹੈ। ਸੋ ਇਸ ਕਰਕੇ ਇਹ ਚਾਰਜਿਸ ਨੂੰ ਅਸੀਂ ਇਹਦੇ ਨਾਲ ਕੀ ਕਰਾਂਗੇ, ਇਕੁਏਟ ਕਰਾਂਗੇ। ਆ ਦੇਖੋ ਇਕੁਏਟ ਕਰਨਾ। ਓਕੇ, ਇਹਨਾਂ ਸਾਰਿਆਂ ਦਾ ਚਾਰਜ ਕਿਹਦੇ ਕੋਲ ਇਕੁਏਟ ਕਰਨਾ, ਇਹਦੇ। ਓਕੇ, ਸੋ ਇਕੁਏਟ ਕਰਕੇ ਦੇਖੋ x ਹੋ ਗਿਆ -1 ਪਲੱਸ ਇਹ 5 ਨੇ ਨਾ, 5 × 0 ਹੋ ਗਿਆ ਇਜ਼ ਇਕੁਅਲ ਟੂ 2, ਦੈਟ ਇਜ਼ ਦਿਸ 2 ਆ ਗਿਆ। ਓਕੇ, ਸੋਲਵ ਕਰੋ, x ਕਿੰਨਾ ਆ ਗਿਆ +3। ਦੈਟ ਮੀਨ ਅਗਰ ਲੀਗੈਂਡਸ ਕੋਬਾਲਟ ਕੋਲੋਂ ਚਲੇ ਜਾਂਦੇ ਨੇ ਤਾਂ ਉਹਦਾ ਜੋ ਆਕਸੀਡੇਸ਼ਨ ਸਟੇਟ ਹੈ ਉਹ ਕਿੰਨੀ ਆਏਗੀ, +3 ਆਏਗੀ। ਨੈਕਸਟ ਦੇਖੋ, ਨੈਕਸਟ ਐਗਜ਼ਾਮਪਲ ਇਹਦੇ ਵਿੱਚ ਕੀ ਹੈ, ਦਿਸ ਇਜ਼ ਆਇਰਨ ਦੀ ਆਕਸੀਡੇਸ਼ਨ ਸਟੇਟ ਪਤਾ ਕਰਨੀ ਹੈ। ਆਕਸੀਡੇਸ਼ਨ ਸਟੇਟ ਪਤਾ ਕਰਨੀ ਹੈ ਤਾਂ ਐਕਸਲੈਟ ਕਰਾਂਗੇ। ਠੀਕ ਹੈ, ਦਿਸ ਇਜ਼ C2O4 ਦਾ ਫਾਰਮੂਲਾ ਦੈਟ ਇਜ਼ ਦਿਸ, ਇਹ ਦਾ ਫਾਰਮੂਲਾ ਹੈਗਾ। ਇਹਦੇ ਉੱਤੇ ਕਿੰਨਾ ਚਾਰਜ ਹੁੰਦਾ, -2 ਹੁੰਦਾ, ਤਾਂ ਬਸ ਫਿਰ ਦੈਟ ਇਜ਼ ਇਹਦਾ ਚਾਰਜ ਕਿੰਨਾ, ਦੈਟ ਇਜ਼ ਪਤਾ ਕਰਨਾ। 3 × ਇਹਦਾ ਚਾਰਜ ਕਿੰਨਾ ਹੁੰਦਾ, ਦੈਟ ਇਜ਼ -2, ਦੈਟ ਇਜ਼ -2 ਇਜ਼ ਇਕੁਅਲ ਟੂ ਦਿਸ -3। ਓਕੇ, ਇਕੁਏਟ ਕਰਕੇ ਐਕਸ ਦੀ ਵੈਲਿਊ ਕੱਢ ਲਓ, ਉਹ ਕਿਹਦਾ ਚਾਰਜ ਆ ਜਾਊਗਾ, ਦੈਟ ਇਜ਼ ਕਿਸ ਦੀ ਆਕਸੀਡੇਸ਼ਨ ਸਟੇਟ ਆ ਜਾਏਗੀ, ਦੈਟ ਇਜ਼ ਆਇਰਨ। ਓਕੇ, ਦੇਖੋ ਇੱਥੇ ਆਇਰਨ ਦਾ ਜੋ ਆਂਸਰ ਆਇਆ ਦੈਟ ਇਜ਼ ਕਿੰਨਾ ਆਇਆ, +3 ਆਇਆ। ਓਕੇ, ਦੈਟ ਮੀਨ +3 ਦੇ ਵਿੱਚ ਵੀ ਐਗਜ਼ਿਸਟ ਕਰਦਾ। ਕਾਪਰ, ਨੈਕਸਟ ਕੁਐਸਚਨ ਹੈ ਕਾਪਰ ਵਾਲਾ। ਕਾਪਰ ਦੀ ਆਕਸੀਡੇਸ਼ਨ ਸਟੇਟ ਪਤਾ ਕਰਨੀ ਹੈ ਤਾਂ ਐਕਸਲੈਟ ਕਰ ਲਿਆ, +4 × -1, ਕਿਉਂਕਿ ਜੋ Cn ਹੈ, ਠੀਕ ਹੈ, Cn ਦਾ ਚਾਰਜ ਕਿੰਨਾ ਹੁੰਦਾ, ਉੱਪਰ ਦੇਖਿਓ ਜਾ ਕੇ ਅਨਾਇਨਿਕ ਦੇ ਵਿੱਚ ਲੀਗੈਂਡ ਦਾ ਮੈंने ਚਾਰਜ ਦੱਸਿਆ ਹੋਊਗਾ ਉੱਥੇ -1। ਠੀਕ ਹੈ ਨਾ, ਤਾਂ -1 ਇਹਦਾ ਚਾਰਜ ਪੁੱਟ ਕਰ ਦਿਓ, ਕਿਉਂਕਿ ਇਹ 4 ਨੇ ਤਾਂ 4 ਨਾਲ ਮਲਟੀਪਲਾਈ ਹੋ ਗਿਆ, ਇਜ਼ ਇਕੁਅਲ ਟੂ ਦਿਸ, ਦੈਟ ਇਜ਼ x ਦੀ ਵੈਲਿਊ ਆ ਗਈ +1। ਮੀਨਸ ਇਹ ਆਕਸੀਡੇਸ਼ਨ ਸਟੇਟ ਆਈ ਹੈ ਕਾਪਰ ਦੀ। ਓਕੇ, ਜੋ ਇਹ ਕੁਐਸਚਨ ਹੈ ਇਹਨੂੰ ਹੁਣ ਤੁਸੀਂ ਸੋਲਵ ਕਰੋ, ਆਪਣੀ ਨੋਟਬੁੱਕ 'ਤੇ ਹੁਣੀ ਸੋਲਵ ਕਰੋ, ਵੀਡੀਓ ਨੂੰ ਪੌਜ਼ ਕਰਕੇ, ਅਤੇ ਇਹਦਾ ਜਿਹੜਾ ਆਂਸਰ ਹੈਗਾ ਉਹਨੂੰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ। ਠੀਕ ਹੈ ਨਾ,
ਤੇ ਨੈਕਸਟ ਦੇਖਦੇ ਹਾਂ ਹੁਣ ਆ ਜਾਂਦਾ ਹੈ ਆਪਣੇ ਕੋਲੇ ਕੋਆਰਡੀਨੇਸ਼ਨ ਨੰਬਰ। ਕੋਆਰਡੀਨੇਸ਼ਨ ਨੰਬਰ ਦੇ ਵਿੱਚ ਕੀ ਹੁੰਦਾ ਹੈ, ਇਹਦਾ ਕੋਆਰਡੀਨੇਸ਼ਨ ਨੰਬਰ ਪਤਾ ਕਰਨਾ ਸੀ ਕਿ ਆਇਰਨ ਦੇ ਨਾਲ ਕਿੰਨੇ ਲੀਗੈਂਡਸ ਲੱਗੇ ਹੋਏ ਨੇ। ਓਕੇ, ਮੀਨਸ ਕਿੰਨੇ ਲੀਗੈਂਡ ਲੱਗੇ ਹੋਏ ਨੇ, ਮੀਨਸ ਡੋਨਰ ਐਟਮ ਤੁਸੀਂ ਚੈੱਕ ਕਰਨਾ। ਆਇਰਨ ਦੇਖ ਰਹੇ ਹੋ, ਇਹਨੂੰ ਕੰਸੀਡਰ ਨਹੀਂ ਕਰਨਾ। ਓਕੇ, ਇਹਦੇ ਲੀਗੈਂਡਸ ਨੂੰ ਦੇਖਣਾ ਤੁਸੀਂ। ਲੀਗੈਂਡਸ ਕਿੰਨੇ ਜਿਹੜੇ ਲੀਗੈਂਡਸ ਲੱਗੇ ਹੋਏ ਨੇ ਉਹਦੇ ਵਿੱਚ ਕਿੰਨੇ ਡੋਨਰ ਐਟਮ ਨੇ, ਉਹੀ ਉਹਦਾ ਕੋਆਰਡੀਨੇਸ਼ਨ ਨੰਬਰ ਹੈ। ਓਕੇ ਜੀ, ਇੱਕ CN ਜਿਹੜਾ ਹੈ ਇੱਕ ਡੋਨਰ ਐਟਮ ਹੁੰਦਾ ਹੈ। ਓਕੇ, ਅਗਰ 6 ਨੇ ਤਾਂ ਸਾਡੇ ਕੋਲ 6 ਡੋਨਰ ਐਟਮ ਹੋ ਗਏ, ਇਸ ਕਰਕੇ ਕੋਆਰਡੀਨੇਸ਼ਨ ਨੰਬਰ ਕਿੰਨਾ ਆ ਗਿਆ, 6 ਆ ਗਿਆ। ਨੈਕਸਟ ਦੇਖੋ K3 ਦਿਸ, ਇਹਦੇ ਵਿੱਚ ਕੀ ਹੁੰਦਾ ਹੈ, ਜੋ C2O4 ਹੈ ਇੱਥੇ ਦੇਖੋ ਇਹ ਇੱਕ ਹੈ, ਇੱਕ ਦੇ ਵਿੱਚ ਕਿੰਨੇ ਡੋਨਰ ਨੇ, 2 ਡੋਨਰ ਨੇ, ਪਰ ਸਾਡੇ ਕੋਲ ਟੋਟਲ ਕਿੰਨੇ ਨੇ, 3, ਤਾਂ 3 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਾਂਗੇ, 2 ਨਾਲ, ਤਾਂ ਕਿੰਨੇ ਡੋਨਰ ਹੋ ਗਏ, 6 ਡੋਨਰ ਐਟਮ ਹੋ ਗਏ, ਇਸ ਕਰਕੇ ਕੋਆਰਡੀਨੇਸ਼ਨ ਨੰਬਰ ਕਿੰਨਾ ਆ ਜਾਊਗਾ, 6 ਆ ਜਾਊਗਾ। ਠੀਕ ਹੈ ਜੀ। ਆਇਰਨ EDTA ਦੇਖੋ, EDTA। ਓਕੇ, EDTA ਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਇਹਦੇ ਵਿੱਚ 6 ਡੋਨਰ ਐਟਮ ਪ੍ਰੈਜ਼ੈਂਟ ਹੁੰਦੇ ਨੇ। ਕਿੰਨੇ, ਇੱਕ EDTA ਦੇ ਵਿੱਚ 6 ਹੁੰਦੇ ਨੇ। ਠੀਕ ਹੈ ਨਾ, ਤਾਂ ਸਾਡੇ ਕੋਲ ਇੱਕੋ ਹੀ ਇੱਥੇ, ਤਾਂ ਦੈਟ ਮੀਨ ਇੱਥੇ 6 ਆ ਗਿਆ। ਜੇਕਰ ਇਹ ਚੀਜ਼ ਆ ਜਾਂਦੀ ਦੈਟ ਇਜ਼ EDTA, ਇਸ ਦੇ ਇੱਥੇ ਜੋ ਹੈ 2 ਆ ਜਾਂਦਾ। ਠੀਕ ਹੈ ਨਾ, ਤਾਂ ਦੈਟ ਮੀਨ ਫਿਰ ਕਿੰਨਾ ਆਉਂਦਾ, ਕਿਉਂਕਿ ਇੱਕ ਦੇ ਵਿੱਚ 6 ਹੁੰਦੇ ਨੇ, ਫਿਰ 6 ਤੇ 2 ਨੇ ਨਾ, ਫਿਰ ਸਾਡੇ ਕੋਲ 6 ਨੂੰ 2 ਨਾਲ ਮਲਟੀਪਲਾਈ ਕਰੋਗੇ ਤੁਸੀਂ 12। ਠੀਕ ਹੈ ਨਾ, ਤਾਂ 12 ਜਿਹੜਾ ਹੈ ਫਿਰ ਆਨਸਰ ਆਉਣਾ ਸੀ, ਫਿਰ ਕੋਆਰਡੀਨੇਸ਼ਨ ਨੰਬਰ 12 ਆਉਣਾ ਸੀ। ਇਹਦੇ ਲਈ ਵੀ ਤੁਹਾਨੂੰ ਕੁਐਸਚਨ ਦਿੱਤਾ ਗਿਆ, ਸੋਲਵ ਕਰਨਾ ਹੈ ਤੁਸੀਂ। ਓਕੇ, ਇਹਨੂੰ ਸੋਲਵ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਆਨਸਰ ਲਿਖੋ। ਨੈਕਸਟ ਜੋ ਅੱਜ ਦਾ ਸਾਡਾ ਟੌਪਿਕ ਹੈ ਜੀ, ਆਈਸੋਮੈਰਿਜ਼ਮ। ਵੈਰੀ ਇੰਪੋਰਟੈਂਟ, ਮੈਂਸ਼ਨਡ ਹੈ ਸਿਲੇਬਸ ਦੇ ਵਿੱਚ, ਸੋ ਕਰਨਾ ਪੈਣਾ। ਦੈਟ ਇਜ਼ ਆਈਸੋਮੈਰਿਜ਼ਮ ਹੁੰਦਾ ਕੀ ਹੈ। ਦੇਖੋ, ਆਈਸੋਮੈਰਿਜ਼ਮ ਦੀਆਂ 2 ਟਾਈਪਸ ਨੇ, ਸਟਰਕਚਰਲ ਆਈਸੋਮੈਰਿਜ਼ਮ ਤੇ ਸਟੀਰੀਓ ਆਈਸੋਮੈਰਿਜ਼ਮ। ਸਟਰਕਚਰਲ ਦੇ ਵਿੱਚ ਅੱਗੇ ਫਰਦਰ 4 ਤਰ੍ਹਾਂ ਦਾ ਹੁੰਦਾ ਇਹ ਆਈਸੋਮੈਰਿਜ਼ਮ। ਆਇਨਾਈਜੇਸ਼ਨ ਆਈਸੋਮੈਰਿਜ਼ਮ, ਹਾਈਡਰੇਟ ਆਈਸੋਮੈਰਿਜ਼ਮ, ਕੋਆਰਡੀਨੇਸ਼ਨ ਆਈਸੋਮੈਰਿਜ਼ਮ ਐਂਡ ਲਿੰਕੇਜ ਆਈਸੋਮੈਰਿਜ਼ਮ। ਪਰ ਜੋ ਸਟੀਰੀਓ ਆਈਸੋਮੈਰਿਜ਼ਮ ਹੈ ਇਹਦੇ ਵਿੱਚ ਕਿੰਨੇ ਟਾਈਪਸ ਦਾ ਹੁੰਦਾ, 2, ਜਿਓਮੈਟ੍ਰੀਕਲ ਆਈਸੋਮੈਰਿਜ਼ਮ ਐਂਡ ਆਪਟੀਕਲ ਆਈਸੋਮੈਰਿਜ਼ਮ। ਜਿਓਮੈਟ੍ਰੀਕਲ ਦੇ ਵਿੱਚ ਅਸੀਂ 2 ਫਰਦਰ ਟਾਈਪਸ ਪੜਾਂਗੇ। 2 ਕਿਹੜੇ ਹੋਣਗੇ, ਇੱਕ ਉਹ ਕੰਪਲੈਕਸਿਸ ਹੋਣਗੇ ਜਿਨ੍ਹਾਂ ਦਾ ਕੋਆਰਡੀਨੇਸ਼ਨ ਨੰਬਰ 4 ਹੋਏਗਾ, ਇੱਕ ਉਹ ਕੋਆਰਡੀਨੇਸ਼ਨ ਕੰਪਲੈਕਸਿਸ ਹੋਣਗੇ ਜਿਨ੍ਹਾਂ ਦਾ ਕੋਆਰਡੀਨੇਸ਼ਨ ਨੰਬਰ 6 ਹੋਏਗਾ। ਠੀਕ ਹੈ ਜੀ, ਇਹ ਬਾਅਦ ਦੀ ਗੱਲ ਹੈ, ਬਟ ਫਸਟ ਆਫ ਆਲ ਅਸੀਂ ਕੀ ਕਰਾਂਗੇ, ਦੈਟ ਇਜ਼ ਸਟਰਕਚਰਲ ਆਈਸੋਮੈਰਿਜ਼ਮ ਦੀ ਪਹਿਲੀ ਟਾਈਪ ਕਰਾਂਗੇ, ਦੈਟ ਇਜ਼ ਆਇਨਾਈਜੇਸ਼ਨ ਆਈਸੋਮੈਰਿਜ਼ਮ। ਵੈਰੀ ਸਿੰਪਲ। ਪਹਿਲੀ ਗੱਲ, ਜੋ ਆਇਨਾਈਜੇਸ਼ਨ ਆਈਸੋਮੈਰਿਜ਼ਮ ਹੁੰਦੇ ਨੇ ਇਹਦੇ ਵਿੱਚ ਕੀ ਹੁੰਦਾ, ਦੇਖੋ ਇਹ 2 ਆਈਸੋਮੈਰਿਜ਼ਮ ਹੋਣਗੇ, ਇਹਨਾਂ ਦਾ ਮੋਲੀਕਿਊਲਰ ਫਾਰਮੂਲਾ ਸੇਮ ਹੋਏਗਾ, ਬਟ ਫਰਕ ਕੀ ਹੋਊਗਾ, ਸਿਰਫ ਆਇਨਸ ਦਾ ਫਰਕ ਹੋਊਗਾ ਸੋਲਿਊਸ਼ਨ ਦੇ ਵਿੱਚ। ਓਕੇ, ਤਾਂ ਉਹਨਾਂ ਨੂੰ ਕੀ ਕਹਾਂਗੇ ਅਸੀਂ, ਆਇਨਾਈਜੇਸ਼ਨ ਆਈਸੋਮੈਰਿਜ਼ਮ। ਫਾਰਮੂਲਾ ਸੇਮ ਹੋਏਗਾ ਮੋਲੀਕਿਊਲਰ, ਓਨਲੀ ਡਿਫਰੈਂਸ ਜਿਹੜਾ ਹੈ ਉਹ ਆਇਨਸ ਦੇ ਵਿੱਚ ਹੋਏਗਾ। ਕਹਿੰਦੇ ਐਕਸਚੇਂਜ ਆਫ ਆਇਨਸ ਇਨ ਕੋਆਰਡੀਨੇਸ਼ਨ ਸਫੀਅਰ ਆਫ ਮੈਟਲ। ਪਹਿਲਾਂ ਤੁਸੀਂ ਐਗਜ਼ਾਮਪਲ ਦੇਖੋ, ਐਗਜ਼ਾਮਪਲ ਨਾਲ ਕਲੀਅਰ ਹੋਏਗਾ। ਇਹ ਰਹੀ ਇਹਦੀ ਐਗਜ਼ਾਮਪਲ, ਇਹ ਵੀ ਮੇਰੇ ਕੋਲ ਇੱਕ ਕੋਆਰਡੀਨੇਸ਼ਨ ਕੰਪਾਊਂਡ ਹੈ, ਇਹ ਵੀ ਕੋਆਰਡੀਨੇਸ਼ਨ ਕੰਪਾਊਂਡ ਹੈ। ਦੇਖੋ ਦੋਨਾਂ ਦੇ ਵਿੱਚ ਸਭ ਕੁਝ ਸੇਮ ਹੈ। ਓਕੇ, ਇਹਦੇ ਵਿੱਚ ਵੀ CO ਹੈ, NH3 ਹੈ, Br ਹੈ, SO4 ਹੈ, ਇਹਦੇ ਵਿੱਚ ਵੀ CO, NH3, SO4 ਐਂਡ Br। ਫਰਕ ਕਿੰਨਾ ਹੈ, ਦੇਖੋ ਫਰਕ ਕੀ ਹੈ ਕਿ ਜਿਹੜੀ ਇਹਦੇ ਵਿੱਚ ਇਹ ਵਾਲਾ ਆਇਨ ਹੈ, ਠੀਕ ਹੈ ਨਾ, ਜੇ ਇਹਨੂੰ ਅਸੀਂ ਇਹਦੇ ਅੰਦਰ ਲੈ ਜਾਈਏ, ਕੋਆਰਡੀਨੇਸ਼ਨ ਐਂਟਿਟੀ ਦੇ ਅੰਦਰ ਲੈ ਜਾਈਏ ਤੇ ਬ੍ਰੋਮੀਨ ਨੂੰ ਇਹਦੀ ਜਗ੍ਹਾ ਤੇ ਲਗਾ ਦਈਏ, ਠੀਕ ਹੈ ਨਾ, ਤਾਂ ਇਹ ਫਾਰਮ ਹੋਏਗਾ, ਇਹ ਵਾਲਾ ਫਾਰਮ ਹੋਏਗਾ। ਠੀਕ ਹੈ ਨਾ, ਜਸਟ ਆਇਨਸ ਦੇ ਵਿੱਚ ਡਿਫਰੈਂਸ ਹੈ, ਬਾਕੀ ਫਾਰਮੂਲਾ ਸੇਮ ਹੈ। ਇਸ ਤਰੀਕੇ ਦੇ ਆਈਸੋਮਰਸ ਨੂੰ ਕਿਹਾ ਜਾਂਦਾ ਹੈ ਆਇਨਾਈਜੇਸ਼ਨ ਆਈਸੋਮੈਰਿਜ਼ਮ। ਓਕੇ, ਦੇਖੋ ਦੋਨਾਂ ਦੇ ਵਿੱਚ ਫਰਕ ਵੀ, ਇਹਨਾਂ ਦੇ ਕਲਰਸ ਦੇ ਵਿੱਚ ਫਰਕ ਹੁੰਦਾ, ਦੈਟ ਇਜ਼ ਇਹ ਰੈੱਡ ਵਾਇਲਟ ਹੁੰਦਾ ਐਂਡ ਇਹ ਓਨਲੀ ਰੈੱਡ ਕਲਰ ਹੁੰਦਾ। ਨੈਕਸਟ ਆਈਸੋਮੈਰਿਜ਼ਮ ਹੈ ਸੈਕਿੰਡ ਟਾਈਪ ਕਿਹਦੀ, ਦੈਟ ਇਜ਼ ਸਟਰਕਚਰਲ ਆਈਸੋਮੈਰਿਜ਼ਮ ਦੀ। ਫਸਟ ਟਾਈਪ ਅਸੀਂ ਕਰ ਚੁੱਕੇ ਹਾਂ, ਹੁਣ ਕਰਾਂਗੇ ਹਾਈਡਰੇਟ। ਹਾਈਡਰੇਟ ਆਈਸੋਮੈਰਿਜ਼ਮ ਨੂੰ ਸੋਲਵੇਟ ਆਈਸੋਮੈਰਿਜ਼ਮ ਵੀ ਕਿਹਾ ਜਾਂਦਾ ਹੈ, ਦੈਟ ਇਜ਼ ਸੋਲਵੇਟ ਆਈਸੋਮੈਰਿਜ਼ਮ। ਇਹ ਵੀ ਬਹੁਤ ਸਿੰਪਲ ਹੈਗਾ। ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ, ਨਾਮ ਤੋਂ ਕਲੀਅਰ ਹੈ ਹਾਈਡਰੇਟ, ਤਾਂ ਜ਼ਰੂਰ ਜੋ ਹੈ ਕੁਝ ਵਾਟਰ ਨਾਲ ਲਿੰਕਡ ਹੋਏਗਾ। ਠੀਕ ਹੈ ਨਾ, ਵਾਟਰ ਇਹਦੇ ਵਿੱਚ ਮੇਨ ਹੈਗੇ ਆ ਜਿਹੜੀ ਚੀਜ਼ ਹੈ, ਦੈਟ ਇਜ਼ ਜਿੱਦਾਂ ਸਪੋਜ਼ ਇਹ ਕੰਪਲੈਕਸ ਹੈ। ਓਕੇ, ਇਹਦੇ 3 ਆਈਸੋਮਰਸ ਬਣ ਸਕਦੇ ਨੇ, ਕਿਵੇਂ ਜਾਂ ਤਾਂ ਸਾਰੇ ਹੀ ਵਾਟਰ ਨੂੰ ਬਾਹਰ ਰੱਖ ਲਓ, ਠੀਕ ਹੈ ਨਾ, ਜਾਂ ਇੱਕ ਵਾਟਰ ਬਾਹਰ ਰੱਖ ਲਓ, ਠੀਕ ਹੈ ਨਾ, ਬਾਕੀ ਵਾਟਰ ਜਿਹੜੇ ਨੇ ਵਾਟਰ ਮੋਲੀਕਿਊਲ ਨੂੰ ਅੰਦਰ ਲੈ ਜਾਓ, 5 ਜਿਹੜੇ ਨੇ ਅੰਦਰ ਲੈ ਜਾਓ, ਬਾਕੀ ਹੋ ਸਕਦਾ 2 ਵਾਟਰ ਮੋਲੀਕਿਊਲ ਬਾਹਰ ਰੱਖ ਲਓ, 4 ਅੰਦਰ ਲੈ ਜਾਓ। ਮੀਨਸ ਇਹਦੀ ਡੈਫੀਨੇਸ਼ਨ ਪੜ੍ਹ ਕੇ ਦੇਖੋ, ਵੈਨ ਵਾਟਰ ਇਜ਼ ਅ ਪਾਰਟ ਆਫ ਕੋਆਰਡੀਨੇਸ਼ਨ ਐਂਟਿਟੀ। ਕਹਿੰਦੇ ਕੋਆਰਡੀਨੇਸ਼ਨ ਐਂਟਿਟੀ ਦਾ ਜਦੋਂ ਵਾਟਰ ਕੀ ਹੁੰਦਾ ਹੈ, ਪਾਰਟ ਹੁੰਦਾ ਹੈ, ਠੀਕ ਹੈ ਨਾ, ਆਈਦਰ ਇਨਸਾਈਡ ਔਰ ਆਊਟਸਾਈਡ। ਇੱਥੇ ਇਨਸਾਈਡ ਪਾ ਲਿਓ, ਠੀਕ ਹੈ, ਮੇ ਬੀ ਸਕਿਪਿੰਗ ਹੋ ਗਿਆ।
ਇਨਸਾਈਡ ਵੀ ਹੋਣੇ ਚਾਹੀਦਾ ਹੈ ਜੋ ਵਾਟਰ ਮੋਲੀਕਿਊਲ ਹੈ ਤੇ ਆਊਟਸਾਈਡ ਵੀ ਹੋਣ, ਠੀਕ ਹੈ। ਹੁਣ ਤੁਸੀਂ ਦੇਖੋ ਇਹਦੇ ਵਿੱਚ ਇਨਸਾਈਡ ਆਊਟਸਾਈਡ, ਠੀਕ ਹੈ ਨਾ, ਇਨਸਾਈਡ ਆਊਟਸਾਈਡ, ਓਕੇ। ਤਾਂ ਦੈਟ ਮੀਨ ਇਹ ਤਿੰਨੋਂ ਕੀ ਨੇ, ਆਈਸੋਮਰਸ ਨੇ। ਇਸ ਤਰੀਕੇ ਦੇ ਆਈਸੋਮਰਸ ਨੂੰ ਕਿਹਾ ਜਾਂਦਾ ਹੈ ਹਾਈਡਰੇਟ ਆਈਸੋਮੈਰਿਜ਼ਮ, ਜਿਸ ਦੇ ਵਿੱਚ ਸਿਰਫ ਔਰ ਸਿਰਫ ਵਾਟਰ ਦੀ ਵੇਰੀਏਸ਼ਨ ਜਿਹੜੀ ਹੈ ਉਹ ਹੋ ਰਹੀ ਹੈ, ਓਕੇ ਜੀ। ਨੈਕਸਟ ਦੇਖੋ ਕੋਆਰਡੀਨੇਸ਼ਨ ਆਈਸੋਮੈਰਿਜ਼ਮ। ਕੋਆਰਡੀਨੇਸ਼ਨ ਆਈਸੋਮੈਰਿਜ਼ਮ ਦੇ ਵਿੱਚ ਕੀ ਹੁੰਦਾ ਹੈ, ਇਹ ਇੱਕ ਕੰਪਲੈਕਸ ਹੈ, ਮੀਨਸ ਇਹ ਕੋਆਰਡੀਨੇਸ਼ਨ ਕੰਪਲੈਕਸ ਹੈ, ਓਕੇ। ਇਹ ਵੀ ਇੱਕ ਕੋਆਰਡੀਨੇਸ਼ਨ ਕੰਪਲੈਕਸ ਹੈ, ਹੈਗੇ ਦੋਨੋਂ ਸੇਮ ਨੇ। ਫਰਕ ਕੀ ਹੈ, ਦੇਖੋ ਇਹਦੇ ਵਿੱਚ ਕੀ ਹੈ, ਇਹ ਦੋ ਮੀਨਸ ਪੇਅਰ ਨਾਲ ਬਣਿਆ ਹੋਇਆ, ਇੱਕ ਐਨਾਇਨਿਕ ਇੱਕ ਕੈਟਾਇਨਿਕ, ਓਕੇ। ਪੇਅਰ ਨਾਲ ਬਣਿਆ ਹੋਇਆ, ਇਹ ਵੀ ਐਨਾਇਨਿਕ ਕੈਟਾਇਨਿਕ ਪੇਅਰ ਨਾਲ ਬਣਿਆ ਹੋਇਆ। ਇਹਦੇ ਵਿੱਚ ਕੀ ਕੀਤਾ, ਇਹਨਾਂ ਦੋ ਇਹ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਦਿਸ ਪੋਰਸ਼ਨ, ਤੁਸੀਂ ਕੀ ਕਰੋ, ਇਹਨਾਂ ਦੋਨਾਂ ਦੇ ਮੈਟਲਸ ਨੂੰ ਐਕਸਚੇਂਜ ਕਰ ਦਿਓ, ਠੀਕ ਹੈ ਜੀ। ਕੋਬਾਲਟ ਇਹਦੀ ਪਲੇਸ ਤੇ ਲਗਾ ਦਿਓ ਐਂਡ ਜੋ ਕ੍ਰੋਮੀਅਮ ਹੈ ਉਹ ਇਹਦੀ ਪਲੇਸ ਤੇ ਲਗਾ ਦਿਓ, ਠੀਕ ਹੈ ਨਾ। ਫਾਰਮੇਸ਼ਨ ਕਿਹਦੀ ਹੋ ਜਾਏਗੀ, ਇਹਦੀ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ। ਜਾਂ ਤਾਂ ਤੁਸੀਂ ਮੈਟਲ ਚੇਂਜ ਕਰ ਸਕਦੇ ਹੋ ਜਾਂ ਤੁਸੀਂ ਲੀਗੈਂਡਸ ਵੀ ਚੇਂਜ ਕਰ ਸਕਦੇ ਹੋ, ਠੀਕ ਹੈ ਨਾ ਜੀ। ਲੀਗੈਂਡਸ ਚੇਂਜ ਕਰ ਦਿਓ, ਮੈਟਲਸ ਚੇਂਜ ਕਰ ਦਿਓ ਇੱਕ ਦੂਸਰੇ ਦੇ, ਇੱਕੋ ਹੀ ਗੱਲ ਹੈ। ਤਾਂ ਜਿਹੜੇ ਆਈਸੋਮਰਸ ਬਣਨਗੇ, ਮਤਲਬ ਇਹ ਕੀ ਹੁੰਦੇ, ਦੋਨੋਂ ਆਈਸੋਮਰਸ ਨੇ। ਇਸ ਤਰੀਕੇ ਦੇ ਆਈਸੋਮਰਸ ਨੂੰ ਅਸੀਂ ਕਹਿੰਦੇ ਹਾਂ ਕੋਆਰਡੀਨੇਸ਼ਨ ਆਈਸੋਮੈਰਿਜ਼ਮ, ਜਿਹਦੇ ਵਿੱਚ ਲੀਗੈਂਡਸ ਦੀ ਐਕਸਚੇਂਜ ਕਰਦੇ ਆ, ਮੈਟਲਸ ਨੂੰ ਐਕਸਚੇਂਜ ਕਰਦੇ ਆ, ਠੀਕ ਹੈ ਜੀ। ਨੈਕਸਟ ਹੈਗਾ ਲਿੰਕੇਜ ਆਈਸੋਮੈਰਿਜ਼ਮ। ਲਿੰਕੇਜ ਆਈਸੋਮੈਰਿਜ਼ਮ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ it occurs in complexes when an ambident ligand occurs in the coordination sphere। ambident ligand ਕਿਹੜੇ ਹੁੰਦੇ ਨੇ, ਦੇਖੋ ਇੱਕ ਤਾਂ ਹੁੰਦਾ NO2, ਠੀਕ ਹੈ, ਇੱਕ ਹੁੰਦਾ ONO, ਇਹ ਦੋਨੋਂ ਲੀਗੈਂਡਸ ਨੇ, ਠੀਕ ਹੈ ਨਾ ਜੀ। ਜਦੋਂ ਤਾਂ ਇੱਕ ਹੁੰਦਾ ਮੈਟਲ, ਠੀਕ ਹੈ ਨਾ, ਜਦੋਂ ਤਾਂ ਮੈਟਲ ਨੂੰ ਇਹ N ਡੋਨੇਟ ਕਰਦਾ, N ਮਤਲਬ ਆਪਣੇ ਇਲੈਕਟ੍ਰੋਨ ਨੂੰ ਡੋਨੇਟ ਕਰ ਰਿਹਾ ਹੁੰਦਾ, ਫਿਰ ਤਾਂ ਆਪਾਂ ਇਹ ਕਹਾਂਗੇ, ਠੀਕ ਹੈ ਨਾ। ਦੇਖੋ ਹੈਗੇ ਦੋਨੋਂ ਸੇਮ ਨੇ, ਪਰ ਅਗਰ NO2 ਨਹੀਂ ਡੋਨੇਟ ਕਰ ਰਿਹਾ, NO2 ਦਾ ਆਕਸੀਜਨ ਇਹਨੂੰ ਡੋਨੇਟ ਕਰ ਰਿਹਾ ਮੈਟਲ ਨੂੰ, ਤਾਂ ਇਹ ਕੀ ਨਾਮ ਆ ਜਾਊਗਾ ਇਹਦਾ, ONO, ਠੀਕ ਹੈ ਨਾ। ਨਾਈਟ੍ਰੇਟੋ N ਹੁੰਦਾ, ਨਾਈਟ੍ਰੇਟੋ O ਵੀ ਹੁੰਦਾ। O ਦਾ ਮਤਲਬ ਆਕਸੀਜਨ ਜਿਹੜਾ ਹੈ ਡੋਨੇਟ ਕਰ ਰਿਹਾ, ਇਹਦਾ ਮਤਲਬ ਇਹ ਦੋਨਾਂ ਨੂੰ ਅਸੀਂ, ਇਹ ਦੋਨੋਂ ਲੀਗੈਂਡਸ ਨੂੰ ਅਸੀਂ ਕੀ ਕਹਾਂਗੇ, ਐਂਬੀਡੈਂਡੇਟ ਲੀਗੈਂਡ। ਔਰ ਦੇਖੋ ਫਾਰਮੂਲਾ ਬਿਲਕੁਲ ਸੇਮ ਹੈ, ਇੱਥੇ ਜੋ ਹੈ N ਡੋਨੇਟ ਕਰ ਰਿਹਾ ਮੈਟਲ ਨੂੰ, ਇੱਥੇ ਕੌਣ ਡੋਨੇਟ ਕਰ ਰਿਹਾ, O ਡੋਨੇਟ ਕਰ ਰਿਹਾ ਹੋਏਗਾ ਮੈਟਲ ਨੂੰ, ਬਟ ਫਾਰਮੂਲਾ ਐਗਜ਼ੈਕਟਲੀ ਸੇਮ ਹੈ। ਇਸ ਕਰਕੇ ਇਸ ਤਰੀਕੇ ਦੇ ਆਈਸੋਮੈਰਿਜ਼ਮ ਨੂੰ ਕੀ ਕਿਹਾ ਜਾਂਦਾ ਹੈ, ਦੈਟ ਇਜ਼ ਲਿੰਕੇਜ ਆਈਸੋਮੈਰਿਜ਼ਮ। ਇਸ ਤਰੀਕੇ ਦੇ ਆਈਸੋਮੈਰਿਜ਼ਮ ਨੂੰ ਕੀ ਕਿਹਾ ਜਾਂਦਾ ਹੈ, ਲਿੰਕੇਜ ਆਈਸੋਮੈਰਿਜ਼ਮ, ਓਕੇ ਜੀ। ਨੈਕਸਟ ਦੇਖੋ ਜਿਓਮੈਟਰੀਕਲ। ਸੋ ਅਸੀਂ ਸਟਰਕਚਰਲ ਜੋ ਹੈ ਕੰਪਲੀਟ ਕਰ ਚੁੱਕੇ ਹਾਂ। ਇਹ ਸਾਡਾ ਫਾਰਮੇਸ਼ਨ ਸੀਗੀ, ਟਾਈਪਸ ਸੀਗੀਆਂ ਆਇਓਨਾਈਜੇਸ਼ਨ, ਹਾਈਡਰੇਟ, ਕੋਆਰਡੀਨੇਸ਼ਨ ਐਂਡ ਲਿੰਕੇਜ। ਆਇਓਨਾਈਜੇਸ਼ਨ ਦੇ ਵਿੱਚ ਆਇਨਸ ਜੋ ਸੀਗੇ ਐਕਸਚੇਂਜ ਹੁੰਦੇ ਨੇ, ਹਾਈਡਰੇਟ ਵਿੱਚ ਵਾਟਰ ਸੀਗਾ, ਕੋਆਰਡੀਨੇਸ਼ਨ ਦੇ ਵਿੱਚ ਤੇ ਲਿੰਕੇਜ ਦੇ ਵਿੱਚ ਅਸੀਂ ਪੜ੍ਹਿਆ ਹੈਗਾ ਕਿ ਦੈਟ ਇਜ਼ ਲਿੰਕੇਜ ਦੇ ਵਿੱਚ ਕੀ ਸੀਗਾ, ਹੁਣੀ ਪੜ੍ਹਿਆ ਸੀ ਅਸੀਂ। ਦੇਖੋ ਕੋਆਰਡੀਨੇਸ਼ਨ ਦੇ ਵਿੱਚ ਮੈਟਲ ਐਕਸਚੇਂਜ ਹੋ ਸਕਦਾ ਹੈ ਤੇ ਲੀਗੈਂਡਸ, ਐਂਡ ਲਿੰਕੇਜ ਦੇ ਵਿੱਚ ਕੀ ਸੀਗਾ, ਐਂਬੀਡੈਂਡੇਟ ਸੀਗਾ, ਓਕੇ। ਹੁਣ ਅਸੀਂ ਪੜ੍ਹਨਾ ਸਟੀਰੀਓ। ਹੁਣ ਅਸੀਂ ਕੀ ਪੜ੍ਹਨਾ, ਦੈਟ ਇਜ਼ ਸਟੀਰੀਓ ਆਈਸੋਮੈਰਿਜ਼ਮ, ਓਕੇ ਜੀ। ਇਹਦੇ ਵਿੱਚ ਜਿਓਮੈਟਰੀਕਲ ਤੇ ਆਪਟੀਕਲ ਹੋਏਗਾ। ਥੋੜਾ ਜਿਹਾ ਜਿਓਮੈਟਰੀਕਲ ਨੂੰ ਚੰਗੀ ਤਰ੍ਹਾਂ ਸੁਣਿਓ, ਥੋੜਾ ਲੈਂਦੀ ਹੈ ਬਟ ਈਜ਼ੀ ਹੈ, ਬਹੁਤ ਈਜ਼ੀ ਹੈਗਾ ਇਹ, ਠੀਕ ਹੈ ਜੀ, ਬਟ ਸੁਣਿਓ ਧਿਆਨ ਨਾਲ। ਦੇਖੋ ਜਿਓਮੈਟਰੀਕਲ ਆਈਸੋਮੈਰਿਜ਼ਮ ਦੋ ਟਾਈਪਸ ਦਾ ਹੁੰਦਾ ਹੈ। ਇੱਕ ਤਾਂ ਗੱਲ ਕਰਾਂਗੇ ਕੋਆਰਡੀਨੇਸ਼ਨ ਨੰਬਰ 4 ਬਾਰੇ, ਇੱਕ ਗੱਲ ਕਰਾਂਗੇ ਕੋਆਰਡੀਨੇਸ਼ਨ ਨੰਬਰ 6 ਬਾਰੇ। ਫਿਲਹਾਲ ਅਸੀਂ ਕੋਆਰਡੀਨੇਸ਼ਨ ਨੰਬਰ 4 ਦੀ ਗੱਲ ਕਰਦੇ ਹਾਂ। ਦੇਖੋ ਐਸੇ ਕੰਪਲੈਕਸਿਸ ਹੁੰਦੇ ਨੇ ਜਿਨ੍ਹਾਂ ਦਾ ਕੋਆਰਡੀਨੇਸ਼ਨ ਨੰਬਰ 4 ਹੈ, ਉਹਨਾਂ ਦੀ ਜਿਓਮੈਟਰੀ ਹੋ ਸਕਦਾ ਦੋ ਟਾਈਪ ਦੀ ਹੋ ਸਕਦੀ ਹੈ। ਇਹ ਅਸੀਂ ਬੌਂਡਿੰਗ ਜਦੋਂ ਨੈਕਸਟ ਜਿਹੜਾ ਪੋਰਸ਼ਨ ਹੈ ਸਿਲੇਬਸ ਦਾ ਉਹਦੇ ਵਿੱਚ ਡਿਸਕਸ ਕਰਾਂਗੇ। ਤੇ ਫਿਲਹਾਲ ਤੁਸੀਂ ਇਹਨੂੰ ਸਮਝੋ ਕਿ ਸਕੁਏਅਰ ਪਲੇਨਰ ਹੈ ਤੇ ਟੈਟਰਾਹੈਡਰਲ ਹੈ, ਠੀਕ ਹੈ ਜੀ। ਜਿਹਦਾ ਕੋਆਰਡੀਨੇਸ਼ਨ ਨੰਬਰ 4 ਹੈ ਉਹਦੀ ਦੋ ਤਰ੍ਹਾਂ ਦੀ ਜਿਓਮੈਟਰੀ ਹੋ ਸਕਦੀ ਹੈ, ਸਕੁਏਅਰ ਪਲੇਨਰ ਤੇ ਟੈਟਰਾਹੈਡਰਲ। ਬਟ ਜਿਓਮੈਟਰੀਕਲ ਆਈਸੋਮੈਰਿਜ਼ਮ ਜਿਹੜੇ ਨੇ ਉਹ ਸਕੁਏਅਰ ਪਲੇਨਰ ਹੀ ਸ਼ੋ ਕਰਦੇ ਨੇ, ਨੋਟ ਟੈਟਰਾਹੈਡਰਲ, ਠੀਕ ਹੈ। ਐਗਜ਼ਾਮ ਦੇ ਵਿੱਚ ਆ ਸਕਦਾ ਹੈ ਕਿ ਜਿਓਮੈਟਰੀਕਲ ਆਈਸੋਮੈਰਿਜ਼ਮ ਇਜ਼ ਸ਼ੋਨ ਬਾਏ, ਓਕੇ, ਸਕੁਏਅਰ ਪਲੇਨਰ, ਟੈਟਰਾਹੈਡਰਲ, ਬੋਥ ਜਾਂ ਨਨ। ਤਾਂ ਤੁਸੀਂ ਆਨਸਰ ਕੀ ਕਰਨਾ ਹੈ, ਸਕੁਏਅਰ ਪਲੇਨਰ ਓਨਲੀ, ਓਕੇ ਜੀ। ਤਾਂ ਜਿਓਮੈਟਰੀਕਲ ਆਈਸੋਮੈਰਿਜ਼ਮ ਇਜ਼ ਸ਼ੋਨ ਬਾਈ ਸਕੁਏਅਰ ਪਲੇਨਰ ਓਨਲੀ। ਸੋ ਸਕੁਏਅਰ ਪਲੇਨਰ ਕਿਹੜੇ ਕਿਹੜੇ ਹੋ ਸਕਦੇ ਨੇ, ਦੇਖੋ ਸਕੁਏਅਰ ਪਲੇਨਰ ਮੀਨਸ ਇੱਕ ਮੈਟਲ ਲੱਗਿਆ ਹੋਏਗਾ, ਉਹਦੇ ਸਰਾਊਂਡਿੰਗ ਜੋ ਹੈ 4 ਹੀ ਬੌਂਡਸ ਦਿਖਾਈ ਦੇਣਗੇ ਸਾਨੂੰ, 4 ਬੌਂਡਸ ਆਰ ਦੇਅਰ। ਹੁਣ ਕੀ ਹੋ ਸਕਦਾ, ਪਹਿਲਾ ਕੇਸ ਦੇਖੋ ਕੀ ਹੈ, ਕਹਿੰਦੇ M ਸੈਂਟਰ ਤੇ M ਆ ਜਾਊਗਾ, ਆਲੇ ਦੁਆਲੇ ਕੀ ਹੋ ਸਕਦੇ ਨੇ,
A ਹੋ ਸਕਦੇ ਨੇ, ਇੱਧਰ ਕੀ ਹੋ ਸਕਦਾ ਹੈ, X ਹੋ ਸਕਦਾ ਹੈ। ਮਤਲਬ ਜਿਓਮੈਟਰੀ ਦੱਸ ਰਿਹਾ ਹੈ ਕਿ ਸਕੁਅਰ ਪਲੇਨਰ ਕੰਪਲੈਕਸਿਸ ਕਿੰਨੇ ਤਰ੍ਹਾਂ ਦੇ ਹੋ ਸਕਦੇ ਨੇ। ਇੱਕ ਤਾਂ ਇਹ ਵਾਲੇ ਜਨਰਲ ਫਾਰਮੂਲਾ, ਥੀਸ ਆਰ ਜਨਰਲ ਫਾਰਮੂਲਾ, ਸੁਣੋ ਇਹਨਾਂ ਦੇ ਐਗਜ਼ਾਮਪਲਸ ਵੀ ਹੈਗੀਆਂ ਨੇ, ਡੋਂਟ ਵਰੀ, ਓਕੇ। ਸੋ ਇਹ ਰਿਹਾ ਜਨਰਲ ਫਾਰਮੂਲਾ, A ਹੋ ਸਕਦਾ ਹੈ। ਹੋ ਸਕਦਾ ਸਾਡੇ ਕੋਲ A ਦੋ ਹੋਣ ਬਟ X Y ਅਲੱਗ-ਅਲੱਗ ਗਰੁੱਪ ਲੱਗਿਆ ਹੋਵੇ। ਹੋ ਸਕਦਾ ਦੋ A, ਇੱਕ A ਹੋਵੇ ਇੱਕ B ਹੋਵੇ ਤੇ X ਜਿਹੜਾ ਹੈ ਦੋ ਲੱਗੇ ਹੋਣ। ਹੋ ਸਕਦਾ A B ਹੋਵੇ X Y ਅਲੱਗ-ਅਲੱਗ, ਸਾਰੇ ਹੀ ਅਲੱਗ-ਅਲੱਗ ਹੋਣ, ਠੀਕ ਹੈ ਜੀ। ਤੇ ਹੁਣ ਇੱਥੇ A ਤੇ B ਕੀ ਨੇ, ਜੋ ਇੱਥੇ A B ਦਿਖਾਏ ਗਏ ਨੇ ਨਿਊਟਰਲ ਲੀਗੈਂਡਸ ਨੇ, ਬਟ ਜੋ ਇੱਥੇ X Y ਦਿਖਾਏ ਗਏ ਨੇ ਐਨਾਇਨਿਕ ਲੀਗੈਂਡਸ ਨੇ, ਠੀਕ ਹੈ ਜੀ। ਕਨਫਿਊਜ਼ ਨਹੀਂ ਹੋਣਾ। A ਕੀ ਹੈ, ਦੈਟ ਇਜ਼ ਨਿਊਟਰਲ, B ਵੀ ਨਿਊਟਰਲ, X Y ਜਿਹੜੇ ਨੇ ਲੀਗੈਂਡਸ ਹੋਣਗੇ ਐਨਾਇਨਿਕ ਲੀਗੈਂਡਸ। ਦੇਖੋ ਐਗਜ਼ਾਮਪਲ ਨਾਲ ਸਮਝਦੇ ਹਾਂ। ਸਪੋਜ਼ ਮੇਰੇ ਕੋਲ ਇੱਕ ਜਨਰਲ ਫਾਰਮੂਲਾ ਹੈ Ma2X2, ਇਹਦਾ ਕੀ ਮੀਨਿੰਗ ਆ, ਇਹਦੇ ਦੋ ਆਈਸੋਮਰਸ ਬਣਨਗੇ, ਠੀਕ ਹੈ, ਦੋ ਆਈਸੋਮੈਰਿਜ਼ਮ ਬਣਨਗੇ, ਦੋ ਆਈਸੋਮਰਸ ਬਣਨਗੇ, ਬਟ ਅਸੀਂ ਇਹਨੂੰ ਐਗਜ਼ਾਮਪਲ ਨਾਲ ਸਮਝੀਏ ਤਾਂ ਇਹ ਦੀ ਐਗਜ਼ਾਮਪਲ ਹੈ। ਇਹਦੇ ਵਿੱਚ ਦੇਖੋ M ਮਤਲਬ ਪਲੈਟੀਨਮ, M ਮਤਲਬ ਦੇਖੋ ਇਹਦੇ ਨਾਲ ਕੰਪੇਅਰ ਕਰੋ ਇਸ ਫਾਰਮੂਲੇ ਨਾਲ, M ਮਤਲਬ ਪਲੈਟੀਨਮ, A2, A ਮਤਲਬ ਕੀ ਸੀਗਾ ਐਂਡ X2 ਮਤਲਬ ਕੀ ਸੀਗਾ, A ਮਤਲਬ ਸੀ ਨਿਊਟਰਲ, ਠੀਕ ਹੈ ਨਾ, ਇਹ ਰਿਹਾ ਤੁਹਾਡਾ ਨਿਊਟਰਲ, ਠੀਕ ਹੈ ਨਾ, ਦਿਸ ਇਜ਼ A2। X ਕੀ ਸੀ, ਐਨਾਇਨਿਕ, ਤਾਂ ਓਬਵੀਅਸਲੀ ਦੈਟ ਇਜ਼ ਐਨਾਇਨਿਕ। ਤਾਂ ਕਿਵੇਂ ਦੀ ਫਾਰਮੇਸ਼ਨ ਬਣ ਗਈ, M ਦੈਟ ਇਜ਼ A2 ਐਂਡ X2। ਸੋ ਅਗਰ ਇੱਦਾਂ ਦੀ ਫਾਰਮ ਦੇ ਕੁਐਸਚਨ ਆਉਂਦੇ ਨੇ, ਤੁਹਾਨੂੰ ਪੁੱਛਦੇ ਨੇ ਕਿ ਇਹਦੇ ਕਿੰਨੇ ਆਈਸੋਮਰਸ ਬਣਨਗੇ, ਤਾਂ ਤੁਸੀਂ ਆਨਸਰ ਦੇਣਾ ਦੋ। ਦੋ ਕਿਹੜੇ ਕਿਹੜੇ ਬਣ ਸਕਦੇ ਨੇ, ਸਿਸ ਐਂਡ ਟਰਾਂਸ। ਹੋ ਸਕਦਾ ਹੈ ਪਲੈਟੀਨਮ ਦੇ ਸਰਾਊਂਡਿੰਗ ਇਹ ਚੀਜ਼ ਐਵੇਂ ਪ੍ਰੈਜ਼ੈਂਟ ਹੋਵੇ, ਹੋ ਸਕਦਾ ਹੈ ਇਸ ਤਰੀਕੇ ਨਾਲ ਪ੍ਰੈਜ਼ੈਂਟ ਹੋਵੇ, ਠੀਕ ਹੈ ਨਾ। ਸਿਸ ਮਤਲਬ ਹੁੰਦਾ ਕਲੋਰੀਨ ਜਿਹੜੇ ਨੇ ਦੋਨੋਂ ਇੱਕ ਸਾਈਡ ਤੇ ਲੱਗ ਗਏ, ਐਂਡ ਜੋ ਅਮਾਈਨ ਗਰੁੱਪ NH3 ਗਰੁੱਪ ਇੱਕ ਸਾਈਡ ਤੇ। ਹੋ ਸਕਦਾ ਦੋਨੋਂ, ਠੀਕ ਹੈ ਨਾ, ਆਮੋ ਸਾਹਮਣੇ ਮੀਨਸ ਆਪੋਜ਼ਿਟ ਲੱਗ ਜਾਣ, ਤਾਂ ਇਹ ਹੁੰਦੇ ਨੇ ਟਰਾਂਸ, ਓਕੇ। ਇਹ ਜਿਓਮੈਟਰੀ ਕਿਹੜੀ ਦੱਸੀ ਹੈ ਮੈंने ਤੁਹਾਨੂੰ, ਸਕੁਅਰ ਪਲੇਨਰ ਇਹ ਵਾਲੀ ਜਿਓਮੈਟਰੀ ਦੱਸੀ ਹੈ। ਸਿਮਿਲਰ ਕੇਸ ਇਹਦੇ ਵਿੱਚ ਹੋਏਗਾ, ਇਹਦੇ ਵਿੱਚ ਜਿਹੜੇ ਨੇ ਦੋ ਆਈਸੋਮਰਸ ਬਣਨਗੇ, ਓਕੇ ਜੀ। ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਕੀ ਹੈ, ਦੇਖੋ M ਕੀ ਹੈਗਾ ਫਾਰਮੂਲਾ, ਦੈਟ ਇਜ਼ Ma2BX। ਇਹਦੇ ਵਿੱਚ ਦੇਖੋ ਪਲੈਟੀਨਮ ਹੋ ਗਿਆ ਮੈਟਲ, ਠੀਕ ਹੈ ਨਾ, ਪਲੈਟੀਨਮ ਹੋ ਗਿਆ ਮੈਟਲ। ਅੱਗੇ ਦੇਖੋ A2, ਦਿਸ ਇਜ਼ A ਮਤਲਬ ਦਿਸ ਇਜ਼ A ਐਂਡ ਦਿਸ ਇਜ਼ B, A ਐਂਡ B ਕੀ ਨੇ, ਨਿਊਟਰਲ, ਇਹ ਦੋਨੋਂ ਨਿਊਟਰਲ ਨੇ, ਓਕੇ। ਐਂਡ X ਮੀਨਸ ਦੇਖ ਰਹੇ ਹੋ ਇੱਕ ਕਲੋਰੀਨ। ਸੋ ਤੁਸੀਂ ਸਮਝ ਗਏ ਕਿ ਇਹ ਜਿਹੜਾ ਫਾਰਮੂਲਾ ਲਿਖਿਆ ਗਿਆ ਦੈਟ ਇਜ਼, ਇਹ ਜੋ ਫਾਰਮੂਲਾ ਹੈ ਇਹੀ ਹੈ, ਓਕੇ। ਇਹ ਜਨਰਲ ਫਾਰਮੂਲਾ ਆ ਜਾਂਦਾ ਹੈ, ਇਹ ਅਸੀਂ ਪਰਟੀਕੂਲਰ ਫਾਰਮੂਲਾ ਲੈ ਲਿਆ। ਸੋ ਕੰਪੈਰੀਜ਼ਨ ਕਰੋ ਦੋਨਾਂ ਨੂੰ, ਸੇਮ ਹੈ, ਓਕੇ। ਤਾਂ ਫਿਰ ਇਹਦਾ ਕੀ ਪ੍ਰੋਡਕਟ ਬਣੇਗਾ, ਮਤਲਬ ਆਈਸੋਮਰਸ ਕੀ ਬਣਨਗੇ, ਪਲੈਟੀਨਮ ਤਾਂ ਮੈਟਲ ਹੈ ਸੈਂਟਰ ਤੇ ਆ ਜਾਊਗਾ। ਬਾਕੀ ਇਹ ਸਭ ਕਿਵੇਂ ਅਰੇਂਜ ਹੋਣਗੇ, ਇਹ 'ਚ ਦੋ ਦੇਖੋ ਕੀ ਹੈ, ਓਕੇ। ਇਹ PY ਹੈ ਜੀ, ਇਹਨੂੰ ਆਪਾਂ ਇੰਨਾ ਜ਼ਿਆਦਾ ਲੈਂਦੀ ਨਹੀਂ ਲਿਖਣਾ, ਸ਼ਾਰਟਕਟ ਫਾਰਮ ਦੇ ਵਿੱਚ PY ਲਿਖ ਸਕਦੇ ਹਾਂ, ਪਿਰੀਡੀਨ, ਓਕੇ, ਦਿਸ ਪੋਰਸ਼ਨ, ਓਕੇ। ਸੋ PY ਇਹ ਦੋ ਨੇ ਨਾ, ਇਹਨਾਂ ਨੂੰ ਇੱਕ ਸਾਈਡ ਤੇ ਲਗਾ ਦਿਓ, ਇਹ ਸਿਸ ਬਣ ਜੂਗਾ, ਇਹਨਾਂ ਨੂੰ ਓਪੋਜ਼ਿਟ ਸਾਈਡ ਤੇ ਲਾ ਦਿਓ, ਇਹ ਟਰਾਂਸ ਬਣ ਜੂਗਾ। ਸੋ ਦੋਨੋਂ ਕੀ ਹੋਣਗੇ, ਆਈਸੋਮਰਸ ਹੋਣਗੇ, ਦੈਟ ਇਜ਼ ਸਿਸ ਐਂਡ ਟਰਾਂਸ। ਨੈਕਸਟ ਦੇਖ ਲਓ, ਅਗਰ ਇਹ ਕੇਸ ਹੋਵੇ, ਅਗਰ ਮੈਟਲ ਦੇ ਸਰਾਊਂਡਿੰਗ ਸਾਰੇ ਜਿਹੜੇ ਨੇ ਡਿਫਰੈਂਟ ਗਰੁੱਪ ਲੱਗੇ ਹੋਣ A B C D, ਤਾਂ ਤਿੰਨ ਆਈਸੋਮਰਸ ਬਣਦੇ ਨੇ, ਤਿੰਨ ਆਈਸੋਮਰਸ ਕਿਹੜੇ ਕਿਹੜੇ, ਦੇਖੋ ਮੈਟਲ A B C D। ਹੁਣ ਇਹਦੇ ਆਈਸੋਮਰਸ ਕਿਵੇਂ ਤਿਆਰ ਹੋਣਗੇ, ਇਹ ਧਿਆਨ ਨਾਲ ਸੁਣੋ। ਦੇਖੋ ਜਦੋਂ ਤੁਸੀਂ ਇਹਦੇ ਆਈਸੋਮਰਸ ਬਣਾਉਣੇ ਨੇ ਨਾ, ਇੱਕ ਨੂੰ ਫਿਕਸ ਕਰ ਲਓ, ਸਪੋਜ਼ ਮੈंने ਇਹਨੂੰ ਫਿਕਸ ਕਰ ਲਿਆ, ਬਾਕੀ ਸਾਰਿਆਂ ਨੂੰ ਰੋਟੇਟ ਕਰਦੇ ਰਹੋ, ਠੀਕ ਹੈ ਨਾ। ਇਹ ਫਸਟ ਤੁਸੀਂ ਦੇਖ ਰਹੇ ਹੋ, ਹੁਣ ਸੈਕਿੰਡ ਤੇ ਆਓ, ਇਹਨੂੰ ਅਬਜ਼ਰਵ ਕਰੋ, ਦੇਖੋ C ਜਿਹੜਾ ਹੈ, C ਇੱਥੇ ਆ ਗਿਆ, ਰੋਟੇਟ ਕਰ ਰਹੇ ਨੇ, C ਇੱਥੇ ਆ ਗਿਆ, B ਉਹਦੀ ਪਲੇਸ ਤੇ ਚਲਾ ਗਿਆ, C ਇੱਥੇ ਆ ਗਿਆ, B ਉਹਦੀ ਪਲੇਸ ਤੇ ਚਲਾ ਗਿਆ, ਠੀਕ ਹੈ, ਸੈਕਿੰਡ ਬਣ ਗਿਆ। ਹੁਣ ਥਰਡ ਦੇਖੋ, ਥਰਡ ਕੀ ਹੋਏਗਾ, C ਇੱਥੇ ਸੀ ਨਾ, ਹੁਣ C ਇੱਧਰ ਮੂਵ ਕਰ ਜਾਏਗਾ D ਪਾਸ, ਓਕੇ। ਤਾਂ C D ਕੋਲ ਚਲਾ ਗਿਆ, ਓਕੇ, ਤੇ D ਜਿਹੜਾ ਹੈ C ਦੀ ਪਲੇਸ ਲੈ ਗਿਆ, ਤਾਂ ਦੈਟ ਮੀਨ ਇਹ ਥਰਡ ਬਣ ਗਿਆ। ਫੋਰਥ ਕੇਸ ਕੀ ਹੋਏਗਾ, ਹੁਣ ਇਹਨਾਂ ਦੋਨਾਂ ਦੀ ਜਿਹੜੀ ਹੈਗੀ ਹੈ ਇੰਟਰਚੇਂਜ, ਇਹ ਦੋਨੋਂ ਵੀ ਹੋਣਗੇ, C ਫਿਰ ਉੱਥੇ ਚਲਾ ਗਿਆ, B ਜਿਹੜਾ ਹੈ ਇੱਥੇ ਆ ਗਿਆ। ਸੋ ਦੇਖੋ ਇਹਦੇ ਵਿੱਚ ਇਹ ਦੋਨੋਂ, ਇਹ ਤੇ ਇਹ ਦੋਨੋਂ ਆਇਡੈਂਟੀਕਲ ਨੇ, ਓਕੇ। ਆਇਡੈਂਟੀਕਲ ਕਿਵੇਂ, ਦੋਨੋਂ ਫਿਕਸ ਸੀਗੇ, ਇਹ ਦੋਨੋਂ ਆਪੋਜ਼ਿਟ ਨੇ, ਇੱਥੇ ਵੀ ਤਾਂ ਦੋਨੋਂ ਆਪੋਜ਼ਿਟ ਨੇ, ਤਾਂ ਦੈਟ ਮੀਨ ਇਹ ਕੀ ਨੇਗੇ, ਆਇਡੈਂਟੀਕਲ ਨੇ। ਸੋ ਇਹਨਾਂ ਨੂੰ ਦੋ ਨਹੀਂ ਕੰਸੀਡਰ ਕਰਨਾ, ਇਹ ਵਨ ਹੀ ਕੰਸੀਡਰ ਹੋਏਗਾ, ਠੀਕ ਹੈ। ਸੋ ਕਿੰਨੇ ਆਈਸੋਮਰਸ ਹੋ ਗਏ, ਤਿੰਨ ਆਈਸੋਮਰਸ ਹੋ ਗਏ ਇਹਦੇ ਵਿੱਚ, ਓਕੇ। ਸੋ ਐਗਜ਼ਾਮਪਲ ਦੀ ਗੱਲ ਕਰੀਏ, ਇਹਦੇ ਨਾਲ ਦੀ ਐਗਜ਼ਾਮਪਲ ਆ, ਦੇਖੋ ਪਲੈਟੀਨਮ NO2 ਡਿਫਰੈਂਟ ਗਰੁੱਪ, ਫਿਰ PY ਡਿਫਰੈਂਟ ਗਰੁੱਪ, NH2H ਡਿਫਰੈਂਟ ਗਰੁੱਪ, NH3 ਡਿਫਰੈਂਟ ਗਰੁੱਪ, ਸਾਰੇ ਡਿਫਰੈਂਟ ਗਰੁੱਪ ਨੇ। ਐਗਜ਼ੈਕਟਲੀ ਜਿਵੇਂ ਉੱਪਰ ਫਾਰਮੂਲਾ ਲਿਖਿਆ, ਸਾਰੇ ਉਵੇਂ ਡਿਸਟਰੀਬਿਊਟ ਕਰ ਦਿਓ ਸਰਾਊਂਡਿੰਗ ਦੇ ਵਿੱਚ, ਤਾਂ ਤੁਸੀਂ ਦੇਖੋਗੇ ਇਹਦੇ ਤਿੰਨ ਆਈਸੋਮਰਸ ਬਣਨਗੇ, 1 2 3, ਓਕੇ। ਆ ਦੇਖੋ ਤਿੰਨ ਆਈਸੋਮਰਸ ਬਣ ਰਹੇ ਨੇ, ਠੀਕ ਹੈ ਜੀ।
ਨੈਕਸਟ ਹੈਗਾ ਤੁਸੀਂ ਨੋਟ ਕਰਨਾ ਇਹ ਚੀਜ਼ ਕਿ ਜੇਕਰ MA4 ਹੋਵੇ ਮੀਨਸ M ਹੈ ਪਰ ਉਹਦੇ ਸਰਾਊਂਡਿੰਗ ਸਾਰੇ ਗਰੁੱਪ ਸੇਮ ਲੱਗੇ ਹੋਏ ਨੇ, ਠੀਕ ਹੈ ਨਾ, ਤਾਂ ਉਹ ਕੋਈ ਜਿਓਮੈਟ੍ਰੀਕਲ ਆਈਸੋਮੈਰਿਜ਼ਮ ਸ਼ੋ ਨਹੀਂ ਕਰੂਗਾ, ਠੀਕ ਹੈ ਨਾ। ਨੈਕਸਟ ਦੇਖੋ ਅਗਰ M ਹੈ ਉਹਦੇ ਆਲੇ ਦੁਆਲੇ 3 ਸੇਮ ਗਰੁੱਪ ਨੇ ਬਟ ਇੱਕ ਡਿਫਰੈਂਟ ਗਰੁੱਪ ਹੈ, ਉਹ ਵੀ ਨਿਊਟਰਲ ਦੀ ਗੱਲ ਹੋ ਰਹੀ ਹੈ, ਫਿਰ B ਜੋ ਹੈ ਕੋਈ ਵੀ ਆਈਸੋਮੈਰਿਜ਼ਮ ਸ਼ੋ ਨਹੀਂ ਹੋਊਗਾ, ਠੀਕ ਹੈ। ਇਹ ਤਾਂ ਦੋਨੋਂ ਸੇਮ ਹੀ ਨੇ, ਚਾਹੇ ਇਹ ਚੀਜ਼ ਮੰਨ ਲਓ, ਚਾਹੇ B3 ਮੰਨ ਲਓ, ਚਾਹੇ A3 ਮੰਨ ਲਓ, ਠੀਕ ਹੈ ਨਾ, ਇਹ ਤਾਂ ਦੋਨੋਂ ਸੇਮ ਹੀ ਆ ਗਏ, ਚਾਹੇ ਚਾਰੋਂ ਸੇਮ ਹੋਣ, ਕੋਈ ਜਿਓਮੈਟ੍ਰੀਕਲ ਆਈਸੋਮੈਰਿਜ਼ਮ ਸ਼ੋ ਨਹੀਂ ਕਰਨਗੇ। ਇੱਕ ਲਾਸਟ ਇਹਦੇ ਵਿੱਚ ਐਗਜ਼ਾਮਪਲ ਹੈ ਪਲੈਟੀਨਮ ਗਲਾਈਕੋਲ, ਦੈਟ ਇਜ਼ ਇਹ ਕਿਹਦੀ ਐਗਜ਼ਾਮਪਲ ਆ, ਮੈਟਲ AB2। ਇੱਦਾਂ ਦੀ ਐਗਜ਼ਾਮਪਲ ਜਦੋਂ ਅਸੀਂ ਲੈਂਦੇ ਹਾਂ ਪਲੈਟੀਨਮ ਗਲਾਈਕੋਲ, ਦੇਖੋ ਕੰਪਲੀਟ ਫਾਰਮੂਲਾ ਇਹਦਾ ਹੀ ਹੈ, ਓਕੇ। ਤਾਂ ਇਹਦੇ ਵੀ 2 ਆਈਸੋਮਰ ਬਣਨਗੇ, ਓਕੇ, ਸਿਸ ਤੇ ਟਰਾਂਸ। ਸਿਸ ਦੇਖੋ ਇਹਦੇ ਵਿੱਚ ਕੀ ਕੀਤਾ ਹੋਇਆ, ਸੇਮ ਡਾਇਰੈਕਸ਼ਨ ਦੇ ਵਿੱਚ, ਇੱਧਰ ਤੁਸੀਂ ਦੇਖ ਰਹੇ ਹੋ ਨਾ CO ਇੱਧਰ ਹੀ ਹੈ, ਇੱਧਰ ਵੀ ਸਿੰਪਲ ਇੱਧਰ ਹੀ ਹੈ, ਮਤਲਬ ਸੇਮ ਦਿਖ ਰਿਹਾ ਸਾਨੂੰ, ਬਟ ਇਹਦੇ ਵਿੱਚ ਕੀ ਹੈ, ਟਰਾਂਸ ਹੈ। ਟਰਾਂਸ ਕਿਵੇਂ ਪਤਾ ਚੱਲੂਗਾ, ਜੋ ਇਹ ਵਾਲੀ ਚੀਜ਼ ਹੋਏਗੀ ਆਪੋਜ਼ਿਟ ਸੇਮ ਨਜ਼ਰ ਆਉਣਗੇ, ਇਹ ਇਹਦੇ ਆਪੋਜ਼ਿਟ ਸੇਮ ਨਜ਼ਰ ਆ ਰਿਹਾ, ਇਹ ਇਹਦੇ ਆਪੋਜ਼ਿਟ ਸੇਮ ਨਜ਼ਰ ਆ ਰਿਹਾ, ਇਹ ਇਹਦੇ ਆਪੋਜ਼ਿਟ, ਤਾਂ ਆਪੋਜ਼ਿਟ ਸੇਮ ਹੋਣਗੇ, ਓਕੇ। ਸੋ ਇਹ ਹੋ ਗਿਆ ਟਰਾਂਸ। ਨੈਕਸਟ ਆ ਗਈ ਸਮਰੀ ਯਾਦ ਕਰ ਲਿਓ ਤੁਸੀਂ, ਪੇਪਰ 'ਚ ਆ ਸਕਦੀ ਹੈ ਕਿ ਜੋ ਇਸ ਤਰੀਕੇ ਦੇ ਆਈਸੋਮਰਸ ਨੇ ਉਹਦੇ ਵਿੱਚ ਕਿੰਨੇ ਇਸ ਤਰੀਕੇ ਦੇ ਕੰਪਲੈਕਸ ਨੇ ਉਹ 'ਚ ਕਿਵੇਂ ਦੇ ਆਈਸੋਮਰਸ, ਕਿੰਨੇ ਆਈਸੋਮਰ ਬਣਦੇ ਨੇ, 2 ਬਣਦੇ ਨੇ, ਇਹਦੇ ਵਿੱਚ ਵੀ 2 ਬਣਦੇ ਨੇ, ਇਹਦੇ ਵਿੱਚ 3 ਬਣਦੇ ਸੀ ਜੋ ਅਸੀਂ ਹੁਣੇ ਡਿਸਕਸ ਕੀਤਾ, ਇਹਦੇ ਵਿੱਚ ਕੋਈ ਆਈਸੋਮੈਰਿਜ਼ਮ ਜੋ ਹੈ ਸ਼ੋ ਨਹੀਂ ਕਰਦੇ ਇਹ, ਇਹਦੇ ਵਿੱਚ ਵੀ 2 ਬਣਦੇ ਆ, ਹੁਣੀ ਗਲਾਈਕੋਲ ਵਾਲੀ ਐਗਜ਼ਾਮਪਲ ਕੀਤੇ, ਜੇ ਅਗਰ ਐਵੇਂ ਦਾ ਆ ਜਾਂਦਾ ਤਾਂ ਇਹਦੇ ਵਿੱਚ ਵੀ 2 ਆਈਸੋਮੈਰਿਜ਼ਮ ਜਿਹੜੇ ਨੇ ਸ਼ੋ ਹੁੰਦੇ ਨੇ। ਨੈਕਸਟ ਆ ਗਿਆ ਜਿਓਮੈਟ੍ਰੀਕਲ ਆਈਸੋਮੈਰਿਜ਼ਮ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਜੋ ਜਿਓਮੈਟ੍ਰੀਕਲ ਆਈਸੋਮੈਰਿਜ਼ਮ ਹੈ ਇਹ 2 ਤਰ੍ਹਾਂ ਦਾ, ਜਿਹਦੇ ਵਿੱਚ ਕੋਆਰਡੀਨੇਸ਼ਨ ਨੰਬਰ 4 ਦੀ ਗੱਲ ਕੀਤੀ ਜਾਊਗੀ ਤੇ ਕੋਆਰਡੀਨੇਸ਼ਨ ਨੰਬਰ 6 ਦੀ ਗੱਲ ਕੀਤੀ ਜਾਊ। ਕੋਆਰਡੀਨੇਸ਼ਨ ਨੰਬਰ 4 ਅਸੀਂ ਕਰ ਚੁੱਕੇ ਹਾਂ, ਕੋਆਰਡੀਨੇਸ਼ਨ ਨੰਬਰ 6 ਤੇ ਆ ਜਾਓ ਹੁਣ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਜਿਓਮੈਟ੍ਰੀਕਲ ਆਈਸੋਮੈਰਿਜ਼ਮ ਇਨ ਕੰਪਲੈਕਸਿਸ ਆਫ ਕੋਆਰਡੀਨੇਸ਼ਨ ਨੰਬਰ 6 ਮਤਲਬ ਹੁੰਦਾ ਕਿ ਮੈਟਲ ਹੈ ਸਾਡੇ ਕੋਲ, ਸਪੋਜ਼ ਇਟ ਇਜ਼ ਮੈਟਲ, ਠੀਕ ਹੈ ਨਾ। ਮੈਟਲ ਦੇ ਸਰਾਊਂਡਿੰਗ ਕਿੰਨੇ ਹੋਣਗੇ, 6 ਬੌਂਡ ਹੋਣਗੇ, 6 ਕੋਆਰਡੀਨੇਸ਼ਨ ਬੌਂਡ ਹੋਣਗੇ। ਕਹਿੰਦੇ ਔਕਟਾਹੈਡਰਲ ਕੰਪਲੈਕਸਿਸ ਕਿਵੇਂ ਦੇ ਦਿਖਾਈ ਦਿੰਦੇ ਨੇ, ਦੇਖੋ ਐਵੇਂ ਹੋ ਸਕਦਾ ਹੋ, ਕੀ ਹੋਊਗਾ, ਮੈਟਲ, ਠੀਕ ਹੈ ਨਾ, A4 ਹੋਣਗੇ ਤੇ X ਕਿੰਨੇ ਹੋਣਗੇ, 2, ਜਾਂ ਤਾਂ ਇਹ ਹੋ ਸਕਦਾ, ਜਾਂ ਕੀ ਹੋ ਸਕਦਾ A2 ਹੋਣਗੇ X4 ਹੋਣਗੇ, ਵੀ ਹੋ ਸਕਦਾ, ਜਾਂ ਕੀ ਹੋ ਸਕਦਾ A4 ਹੋਣਗੇ, ਇੱਕ X ਡਿਫਰੈਂਟ ਗਰੁੱਪ ਹੋਊਗਾ, ਇੱਕ ਹੋਰ ਡਿਫਰੈਂਟ ਗਰੁੱਪ ਹੋਏਗਾ, ਦੈਟ ਇਜ਼ Y। ਤਾਂ ਐਵੇਂ ਦੇ ਕੇਸਿਸ ਜਿਹੜੇ ਨੇ ਉਹ ਜਿਓਮੈਟ੍ਰੀਕਲ ਆਈਸੋਮੈਰਿਜ਼ਮ ਨੂੰ ਸ਼ੋ ਕਰਦੇ ਨੇ, ਠੀਕ ਹੈ ਜੀ। ਪਹਿਲੀ ਐਗਜ਼ਾਮਪਲ ਕਰਾਂਗੇ ਇਹਦੀ, ਓਕੇ, ਦਿਸ ਇਜ਼ MA4X2। ਕਿਹੜਾ ਐਸਾ ਹੁੰਦਾ ਕੰਪਾਊਂਡ ਜਿਹੜਾ ਇਹਦੇ ਨਾਲ ਰਿਲੇਟ ਕਰਦਾ ਹੈ, M ਮਤਲਬ ਦੇਖੋ ਦਿਸ ਇਜ਼ ਕੋਬਾਲਟ, ਓਕੇ। A4 ਇਹ ਕੀ ਹੁੰਦਾ ਜੀ, ਨਿਊਟਰਲ, ਕੋਈ ਵੀ ਨਿਊਟਰਲ ਲੈ ਲਓ, ਦੈਟ ਇਜ਼ NH3 4। ਤੇ X2 ਮਤਲਬ ਕੀ ਹੋ ਗਿਆ, ਕੋਈ ਵੀ ਐਨਾਇਨਿਕ ਗਰੁੱਪ ਹੋ ਗਿਆ, ਬਟ ਕਿੰਨੇ ਲੈਣੇ ਨੇ, 2, ਸੋ ਇਹ ਵੀ ਹੋ ਗਿਆ। ਉੱਪਰ ਕੋਈ ਚਾਰਜ ਲੱਗਿਆ ਹੋਇਆ, ਚਾਰਜ ਨੂੰ ਤੁਸੀਂ ਐਜ਼ ਇਟ ਇਜ਼ ਹੀ ਰੱਖੋਗੇ। ਦੇਖੋ ਇਹ ਵੀ ਆਈਸੋਮੈਰਿਜ਼ਮ ਨੂੰ ਸ਼ੋ ਕਰਦੇ ਨੇ, ਓਕੇ। ਇਹ ਆਈਸੋਮੈਰਿਜ਼ਮ ਸ਼ੋ ਕਰਨਗੇ ਕਿਹੜਾ, ਜਿਓਮੈਟ੍ਰੀਕਲ। ਸਿਸ ਫਾਰਮ ਐਂਡ ਟਰਾਂਸਫਾਰਮ ਇਹ ਕਿੱਦਾਂ ਕਰਨਗੇ, ਦੇਖੋ ਕੋਬਾਲਟ ਇੱਥੇ ਆ ਗਿਆ, ਓਕੇ, ਕੋਬਾਲਟ ਦੇ ਆਲੇ ਦੁਆਲੇ 4 NH3 ਨੇ ਤੇ Cl। ਸਿਸ ਤੇ ਟਰਾਂਸਫਾਰਮ ਕਿਵੇਂ ਬਣੂਗੀ ਇਨ ਕੇਸ ਆਫ 6 ਕੋਆਰਡੀਨੇਸ਼ਨ ਨੰਬਰ, ਦੇਖੋ ਇਹ ਹੈਗੀ ਆ ਜੀ ਸਿਸ ਫਾਰਮ, ਜਦੋਂ ਇਹ ਨਾਲ ਹੀ ਹੋਣਗੇ ਐਡਜਸੈਂਟ, ਓਕੇ, ਨਾਲ ਹੀ ਹੋਣਗੇ, ਸਿਸ ਫਾਰਮ ਹੁੰਦੀ ਆ। ਬਾਕੀ ਤੁਸੀਂ ਆਲੇ ਦੁਆਲੇ ਜਿਹੜੇ ਨੇ NH3 ਲਗਾ ਦਿਓ, ਨਾਲ ਵਾਲੇ ਨੂੰ ਕਹਾਂਗੇ ਸਿਸ ਫਾਰਮ। ਬਟ ਅਗਰ ਇੱਕ Cl ਇੱਥੇ ਲੱਗਿਆ ਹੋਇਆ, ਇੱਕ Cl ਇੱਥੇ ਲੱਗਿਆ ਹੋਇਆ, ਓਪੋਜ਼ਿਟ ਡਾਇਰੈਕਸ਼ਨ 'ਚ ਲੱਗੇ ਹੋਏ ਨੇ, ਤਾਂ ਉਹਨੂੰ ਤੁਸੀਂ ਕਹੋਗੇ ਟਰਾਂਸਫਾਰਮ, ਠੀਕ ਹੈ। ਇਹ ਸਿਸ ਫਾਰਮ ਹੋ ਗਈ, ਸਿਸ ਫਾਰਮ ਨਾਲ ਲੱਗੇ ਹੋਣਗੇ, ਕੋਆਰਡੀਨੇਸ਼ਨ ਨੰਬਰ 6 ਦੀ ਗੱਲ ਚੱਲ ਰਹੀ ਹੈ ਹੁਣ ਇਸ ਵਕਤ, ਤੇ ਇਹ ਆਲੇ ਦੁਆਲੇ ਲੱਗੇ ਹੋਏ ਨੇ, ਦੇਖੋ ਮੀਨਸ ਓਪੋਜ਼ਿਟ ਲੱਗੇ ਹੋਏ ਨੇ, ਦੈਟ ਇਜ਼ ਟਰਾਂਸਫਾਰਮ। ਅੱਗੇ ਇਸ ਦੇ ਵਿੱਚ ਵੀ ਨੋਟ ਹੈ ਵੀ ਕਿਹੜੇ ਨੇ ਜਿਹੜੇ ਇਸ ਤਰੀਕੇ ਦੇ ਆਈਸੋਮੈਰਿਜ਼ਮ ਨੂੰ ਸ਼ੋ ਨਹੀਂ ਕਰਦੇ, ਉਹੀ ਚੀਜ਼ ਆ ਗਈ ਦੇਖੋ ਸੇਮ, ਕਿ ਅਗਰ ਮੈਟਲ ਦੇ ਸਰਾਊਂਡਿੰਗ ਸਾਰੇ ਹੀ ਸੇਮ ਹੋਣਗੇ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਜਿੱਥੇ ਮਰਜ਼ੀ ਕੋਈ ਮਰਜ਼ੀ ਲੱਗੀ ਜਾਵੇ, ਕੋਈ ਆਈਸੋਮੈਰਿਜ਼ਮ ਸ਼ੋ ਨਹੀਂ ਹੋਏਗਾ, ਇੱਕੋ ਹੀ ਤਰ੍ਹਾਂ ਦੇ ਆਈਸੋਮੈਰਿਜ਼ਮ ਬਣੀ ਜਾਣਗੇ, ਤਾਂ ਇੱਥੇ ਜਿਓਮੈਟ੍ਰੀਕਲ ਆਈਸੋਮੈਰਿਜ਼ਮ ਸ਼ੋ ਨਹੀਂ ਹੋਊਗਾ। ਇਸ ਕੇਸ ਦੇ ਵਿੱਚ ਵੀ ਜਿਓਮੈਟ੍ਰੀਕਲ ਆਈਸੋਮੈਰਿਜ਼ਮ ਸ਼ੋ ਨਹੀਂ ਹੋਏਗਾ। ਨੈਕਸਟ ਦੀ ਗੱਲ ਕਰਦੇ ਹਾਂ, A ਹੋਣਗੇ 3, B ਹੋਣਗੇ 3, ਹਾਂ ਇਹਦੇ ਵਿੱਚ ਹੋ ਸਕਦਾ, ਕਿਵੇਂ ਦੇਖੋ, ਜਿਵੇਂ ਕੋਈ ਕੋਬਾਲਟ ਹੈ, A ਵੀ 3 B ਵੀ 3, ਮਤਲਬ A ਵੀ ਨਿਊਟਰਲ ਹੈ, B ਵੀ ਨਿਊਟਰਲ ਹੈ, ਕੋਈ ਨਿਊਟਰਲ ਲੈ ਲਓ, ਠੀਕ ਹੈ, ਉਹ ਵੀ 3 ਲੈ ਲਓ, ਇੱਕ ਹੋਰ ਨਿਊਟਰਲ ਲੀਗੈਂਡ ਲੈ ਲਓ, ਉਹ ਵੀ 3 ਲੈ ਲਓ, ਠੀਕ ਹੈ ਨਾ। ਤਾਂ ਹੋਏਗਾ ਕੀ, ਇਹਨਾਂ ਨੂੰ ਕਿੱਦਾਂ ਲਿਖਿਆ ਜਾ ਸਕਦਾ ਹੈ, ਦੈਟ ਇਜ਼ ਦੇਖੋ ਇਹ ਬਹੁਤ ਇੰਪੋਰਟੈਂਟ ਐਗਜ਼ਾਮਪਲ ਹੈ। ਹੁਣ ਇਹਦੇ ਵਿੱਚ 6 ਨੇ, 3 ਹੈਗੇ ਨੇ, ਦੇਖੋ ਇੱਧਰ ਲੱਗੇ, ਠੀਕ ਹੈ, 3 ਮੈਨੇ ਐਵੇਂ ਲਗਾਤੇ, ਇਹ ਕਿਵੇਂ ਲੱਗੇ ਨੇ, ਦੇਖੋ ਇਹ ਬਣ ਰਹੀ ਹੈ ਇੱਕ
ट्रायंगल, दिस इज ट्रायंगल, देखो इदां ट्रायंगल बन रही है, ओके। बट जिहड़ी ये ट्रायंगल है ये बन रही है इस तरीके नाल, ये इस तरीके नाल बन रही है ये, ठीक है। इस तरीके नाल इहदे दो आइसोमर्स बनते हैं, जिहड़े तां इस तरह की ट्रायंगल बनती है, ठीक है ना, ਉਹਨੂੰ ਕਹਿੰਦੇ ਨੇ फैक, ਉਹਨੂੰ ਕੀ ਕਹਿੰਦੇ ਨੇ फैक आइसोमेरिज्म, ठीक है। आइसोमर कह सकते हो, फैक आइसोमर। बट जो इस तरीके नाल अरेंजमेंट होंदी है ਇਹਨੂੰ ਕਹਿੰਦੇ ਨੇ मर आइसोमर, ओके। ਕਿਹੜਾ आइसोमर? मर आइसोमर। देखो जी आ देखो कहते when three ligands are on the same triangular face of octahedron, ट्रायंगुलर फेस ते ने ऑक्टाहेड्रल, ऑक्टाहेड्रल बनता है ना, देखो ऑक्टाहेड्रल ही स्ट्रक्चर है ये, जिमें पेपर लो, पेपर दे उपर नूं परपेंडिकुलर जिहड़ा खड़ा है ते पेपर दे नीचे, सो ये उपर वाले तुसी लीगेंड नाल ट्रायंगल बनाउणी है, ठीक है। इहनूं कहंदे ने ट्रायंगुलर फेस ऑफ ऑक्टाहेड्रन। सो ये हुंदा है फैक आइसोमर। बट जेकर असीं गल करिए वैन थ्री लीगेंड्स आर ऑन द सेम इक्वेटोरियल फेस, सेम इक्वेटोरियल फेस मतलब जिमें पेपर है, देखो ये पेपर ही सीगा, ये पेपर वाली ट्रायंगल आ गई, ओके, प्लेन ते आ गई ट्रायंगल। सो ये ट्रायंगल किहड़ी सीगी? ये इदां सी, ये उपर नूं सी थोड़ी जी, ये प्लेन दे विच आ गई, ओके। सो सेम इक्वेटोरियल प्लेन ਉਹਨੂੰ ਕਹਿੰਦੇ ਨੇ मर आइसोमर। ਤਾਂ ਕਿਹੜਾ केस कर रहे सी ਅਸੀਂ? आइसोमेरिज्म ਦਾ MA3B3 केस, ओके, वेरी इंपॉर्टेंट। सो इस तरीके नाल ਤੁਸੀਂ ਇਹ याद कर सकते हो। ਤੇ ਜੇਕਰ ਇੱਕ ਅੱਧੀ ਐਗਜ਼ਾਮਪਲ ਤੁਸੀਂ ਹੋਰ ਕਰਨੀ ਹੋਵੇ ਤਾਂ ਇਹ ਵੀ ਕਰ ਸਕਦੇ ਹੋ, ਸੇਮ ਹੀ ਆਊਗਾ ਇਹਦੇ ਵਿੱਚ ਵੀ, ਕਿਉਂਕਿ ਇੱਕ ਉਹ ਕੇਸ ਹੈ ਜਦੋਂ ਇੱਥੇ ਮੈਟਲ ਹੋਏਗਾ ਤੇ ਇੱਕ ਹੋਏਗਾ ਤੁਹਾਡੇ ਕੋਲ ਲੀਗੈਂਡ ਕਿਹੜਾ? ਨਿਊਟਰਲ, ਇੱਕ ਹੋਰ ਹੋਏਗਾ ਉਹ ਵੀ ਨਿਊਟਰਲ, ਦੋਨੋਂ ਤਿੰਨ ਤਿੰਨ ਹੋਣਗੇ। ਇਹ ਉਸ ਕੇਸ ਦੇ ਵਿੱਚ ਜੋ ਹੈ ਫੈਕ ਤੇ ਮਰ ਆइसोमर ਬਣਦੇ ਨੇ। ਨੈਕਸਟ ਹੈਗਾ ਥਰਡ ਪਾਰਟ, ਇਹਦੇ ਵਿੱਚ ਕੀ ਦਿੱਤਾ ਹੋਇਆ, ਕਹਿੰਦੇ ਅਗਰ ਇਸ ਤਰੀਕੇ ਦਾ ਕੇਸ ਆਵੇ, ਜਿਵੇਂ M ਹੋਊਗਾ ਮੈਟਲ ਐਂਡ A ਮਤਲਬ ਦੋ ਹੋਣਗੇ ਐਂਡ ਇੱਕ X ਹੋਏਗਾ ਤੇ ਇੱਕ Y ਹੋਏਗਾ, ਜਾਂ ਫਿਰ ਇਹਨੂੰ ਤੁਸੀਂ Y ਵਾਲਾ ਕੇਸ ਨਹੀਂ ਲੈਣਾ ਤਾਂ ਐਵੇਂ ਦਾ ਲੈ ਸਕਦੇ ਹੋ, ਐਕਚੁਅਲੀ ਇਹ ਵਾਲਾ ਕੇਸ ਹੈ, ਓਕੇ। ਸੋ ਇੱਦਾਂ ਵੀ ਲੈ ਸਕਦੇ ਹੋ, ਇਹਦਾ ਵੀ ਕੋਆਰਡੀਨੇਸ਼ਨ ਨੰਬਰ 6 ਹੈ। ਅੱਛਾ ਮੈਨੂੰ ਇਹ ਦੱਸੋ ਵੀ ਇਹਦਾ ਕੋਆਰਡੀਨੇਸ਼ਨ ਨੰਬਰ 6 ਕਿਵੇਂ ਹੈ? ਹਾਊ ਇਹਦਾ ਕੋਆਰਡੀਨੇਸ਼ਨ ਨੰਬਰ 6 ਕਿਵੇਂ? ਐਗਜ਼ਾਮ 'ਚ ਕੋਆਰਡੀਨੇਸ਼ਨ ਨੰਬਰ ਦਾ ਕੁਐਸਚਨ ਆਇਆ ਹੈ ਨਾ ਕਿ ਇਹ 6 ਕੋਆਰਡੀਨੇਸ਼ਨ ਨੰਬਰ ਹੈ, ਹਾਊ, ਕਿੱਦਾਂ ਕੋਆਰਡੀਨੇਸ਼ਨ ਨੰਬਰ ਪੁੱਛਿਆ ਜਾਂਦਾ ਹੈ। ਦੇਖੋ ਜੋ EN ਹੈ ਨਾ, EN ਉਹਦੇ ਵਿੱਚ ਜੋ ਇੱਕ ਹੁੰਦਾ ਮੀਨਸ ਜੋ ਇੱਕ EN ਹੈ, ਇੱਕ EN ਦੀ ਗੱਲ ਕਰ ਰਹੀ ਹਾਂ ਮੈਂ, ਠੀਕ ਹੈ ਨਾ। ਇੱਕ EN ਦੇ ਵਿੱਚ ਕਿੰਨੇ ਡੋਨੇਟ ਕਰਦੇ ਹੁੰਦੇ ਨੇ? 2। ਬਟ ਸਾਡੇ ਕੋਲ ਕਿੰਨੇ ਨੇ? ਸਾਡੇ ਕੋਲ 2 ਨੇ ਨਾ, 2 ਤਾਂ 2 × 2 ਕਿੰਨਾ ਹੋ ਗਿਆ? 4, 4 ਤਾਂ ਇਹੀ ਹੋ ਗਏ ਐਂਡ 4 ਤਾਂ ਇਹੀ ਹੋ ਗਏ ਡੋਨਰ ਤੇ 2 ਇਹ ਹੋ ਗਏ, 4 + 2 ਕਿੰਨਾ ਹੋ ਗਿਆ? 6 ਹੋ ਗਿਆ। ਇਸ ਕਰਕੇ ਇਸ ਕੰਪਾਊਂਡ ਨੂੰ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਨੰਬਰਸ ਜੋ ਹੈ ਕੋਆਰਡੀਨੇਸ਼ਨ ਨੰਬਰ 6 ਦੇ ਵਿੱਚ ਕਾਊਂਟ ਕੀਤਾ। ਇੱਥੇ ਦੀ ਆਪਾਂ ਕਰਾਂਗੇ ਹੁਣ ਆइसोमेरिज्म, ਜਿਓਮੈਟ੍ਰੀਕਲ आइसोमेरिज्म ਸ਼ੋ ਕਰਦੇ ਨੇ ਇਸ ਤਰੀਕੇ ਦੇ ਕੰਪਾਊਂਡ। ਕਿੱਦਾਂ ਕਿਵੇਂ ਬਣੂਗੀ? ਦੇਖੋ ਇਹਦੀ ਸਟਰਕਚਰ, ਦੇਖੋ ਇਹ ਸਟਰਕਚਰ ਹੈਗੀ ਹੈ ਇਹਦੀ ਸਿਸ, ਮੀਨਸ ਦੇਖੋ ਕੋਬਾਲਟ ਹੋ ਗਿਆ, ਆ ਜਿਹੜੇ Cl2 ਦਿੱਤੇ ਨੇ, ਇੱਕ Cl2 ਇੱਥੇ ਆ ਗਿਆ, ਇੱਕ Cl ਇੱਥੇ ਲਗਾ ਦਿਓ, ਜਿਹੜੇ ਬਾਕੀ EN ਗਰੁੱਪ ਲੱਗਿਆ ਦੇਖੋ ਇੱਧਰ ਲਗਾ ਦੇਣਾ, ਇੱਕ ਇੱਥੇ ਲਗਾ ਦੇਣਾ, ਠੀਕ ਹੈ, ਨੋ ਡਾਊਟ। ਇਹ ਵੀ ਦੇਖੋ ਕੀ ਹੈ? ਸਿਸ 'ਚ ਆ ਗਿਆ, ਪਹਿਲਾਂ ਵੀ ਦੱਸਿਆ ਸੀ ਮੈਨੇ। ਜੇ ਓਪੋਜ਼ਿਟ 'ਚ ਆ ਜਾਂਦਾ ਹੈ ਤਾਂ ਇਹ ਕੀ ਬਣ ਜਾਊਗਾ? ਜੇ ਓਪੋਜ਼ਿਟ 'ਚ ਲਾ ਰਹੇ ਹੋ ਤਾਂ ਇਹ ਵੀ ਤੁਸੀਂ ਆਮੋ ਸਾਹਮਣੇ ਲਗਾਉਣਾ ਹੈ, ਠੀਕ ਹੈ ਨਾ। ਦੇਖੋ ਜਦੋਂ ਸਿਸ ਦੀ ਗੱਲ ਕਰਦੇ ਹਾਂ ਤਾਂ ਸਾਈਡ ਬਾਏ ਸਾਈਡ ਆ ਗਈਆਂ ਇਹ ਚੀਜ਼ਾਂ, ਬਟ ਜੇਕਰ ਤੁਸੀਂ ਟਰਾਂਸ ਦੇ ਵਿੱਚ ਲਾਉਣਾ ਤਾਂ ਇਹਨਾਂ ਨੂੰ ਓਪੋਜ਼ਿਟ 'ਚ ਦਿਖਾਉਣਾ ਹੈ। ਇਹ ਜਿਓਮੈਟ੍ਰੀਕਲ आइसोमेरिज्म ਸ਼ੋ ਕਰਦੇ ਨੇ ਇਸ ਤਰੀਕੇ ਦੇ ਕੰਪਾਊਂਡ, ਓਕੇ, ਕਿਉਂਕਿ ਇਹਨਾਂ ਦਾ ਨੰਬਰ ਕੋਆਰਡੀਨੇਸ਼ਨ ਨੰਬਰ ਕਿੰਨਾ ਹੈ? ਦੈਟ ਇਜ਼ 6। ਨੈਕਸਟ ਦੇਖੋ ਐਗਜ਼ਾਮਪਲ M, ਜੇਕਰ ਸਾਰੇ ਡਿਫਰੈਂਟ ਗਰੁੱਪ ਲੱਗੇ ਹੋਣ, ਆਪਾਂ ਉਸ ਦੇ ਵਿੱਚ ਵੀ ਡਿਸਕਸ ਕੀਤਾ ਸੀ ਨਾ ਕਿ ਇੱਦਾਂ ਸਾਰੇ ਡਿਫਰੈਂਟ ਗਰੁੱਪ ਹੋਣਗੇ, ਓਕੇ। ਤਾਂ ਉਹਦੇ ਉੱਪਰਲੇ 'ਚ ਗੱਲ ਕੀਤੀ ਸੀ ਅਸੀਂ ਟੈਟਰਾਹੈਡਰਲ ਵਾਲੇ ਦੇ ਵਿੱਚ, ਮੀਨਸ ਸਕੇਲਰ ਦੇ ਵਿੱਚ, ਸਕੇਲਰ ਸਕੁਐਰ ਪਲੇਨਰ ਦੇ ਵਿੱਚ, ਓਕੇ, 4 ਹੁੰਦਾ ਦੈਟ ਇਜ਼ 4 ਬਣ ਰਹੇ ਸੀ, ਜਿਹਦੇ ਵਿੱਚੋਂ ਅਸੀਂ ਕਿਹਾ ਸੀ ਵੀ 2 ਤਾਂ ਆਇਡੈਂਟੀਕਲ ਨੇ, ਤਾਂ ਕਿੰਨੇ ਰਹਿ ਗਏ ਸੀ? 3 ਰਹਿ ਗਏ ਸੀ। ਹੁਣ ਇਹਦੇ ਵਿੱਚ ਕੀ ਹੈ, ਜੇ 6 ਵਾਲਾ ਕੇਸ ਆ ਜਾਂਦਾ ਤੁਸੀਂ ਸਿੱਧਾ ਹੀ ਲਰਨ ਕਰੋ ਕਿ ਜੋ 15 ਡਿਫਰੈਂਟ ਆइसोमर्स ਬਣਨਗੇ। ਹੁਣ 15 ਡਿਫਰੈਂਟ आइसोमर ਇੱਥੇ ਅਸੀਂ ਬਣਾ ਕੇ ਨਹੀਂ ਦੇਖਣੇ ਹੈਗੇ, ਬਸ ਤੁਸੀਂ ਸਿੱਧਾ ਲਰਨ ਕਰਨਾ ਕਿ ਇਹਦੇ 15 आइसोमर्स ਜਿਹੜੇ ਨੇ ਉਹ ਬਣਦੇ ਨੇ ਅਗਰ ਸਾਰੇ ਗਰੁੱਪਸ ਟੋਟਲੀ ਡਿਫਰੈਂਟ ਨੇ, ਓਕੇ ਜੀ। ਸੋ ਨੈਕਸਟ ਹੈਗਾ, ਅਸੀਂ ਪੜ੍ਹ ਰਹੇ ਸੀ आइसोमेरिज्म, ਜਿਹਦੇ ਵਿੱਚ ਸਾਡੇ ਕੋਲ ਚੱਲ ਰਿਹਾ ਸੀ ਸਟਰਕਚਰਲ आइसोमेरिज्म ਤੇ ਦੂਸਰਾ ਕਿਹੜਾ ਸੀ? ਸਟੀਰੀਓ। ਸਟਰਕਚਰਲ ਵੀ ਅਸੀਂ ਕੰਪਲੀਟ ਕਰ ਚੁੱਕੇ ਹਾਂ, ਠੀਕ ਹੈ। ਸਟੀਰੀਓ ਦਾ ਅਸੀਂ ਜਿਓਮੈਟ੍ਰੀਕਲ ਕੰਪਲੀਟ ਕਰ ਚੁੱਕੇ ਹਾਂ। ਹੁਣ ਆ ਗਿਆ ऑप्टिकल आइसोमेरिज्म। ਸੋ ਵਾਟ ਇਜ਼ ऑप्टिकल आइसोमेरिज्म? ਦੇਖੋ ਮੈਨੇ ਹੈਲੋਜਨਸ ਵਾਲਾ ਜਿਹੜਾ ਚੈਪਟਰ ਸੀ ਤੁਹਾਡਾ ਆਰਗੈਨਿਕ ਕੰਪਾਊਂਡਸ ਕੰਟੇਨਿੰਗ ਹੈਲੋਜਨਸ, ਉਹਦੇ ਵਿੱਚ ਇਹ ਟੌਪਿਕ ਕੰਪਲੀਟਲੀ ਇਨ ਡਿਟੇਲ ਡਿਸਕਸ ਕੀਤਾ ਸੀਗਾ, ਕੰਪਲੀਟਲੀ, ਠੀਕ ਹੈ ਨਾ। ਜੇ ਤੁਸੀਂ ਉਹ ਦੇਖਿਆ ਹੈ ਤਾਂ ਤੁਹਾਨੂੰ ਇਹ ਬਿਲਕੁਲ ਹੀ ਈਜ਼ੀ ਲੱਗੂਗਾ, ਜੇ ਨਹੀਂ ਦੇਖਿਆ ਤਾਂ ਪਲੀਜ਼ ਉਹ ਸਾਰਾ ਚੈਪਟਰ ਨੂੰ ਦੇਖੋ, ਫਿਰ ਇਹ ਤੁਹਾਨੂੰ ਸਮਝ ਆਏਗਾ।
ਅਦਰਵਾਈਜ਼ ਛੋਟੇ ਛੋਟੇ ਜੋ ਟਰਮਸ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ। ਆਪਟੀਕਲ ਐਕਟਿਵ ਸਬਸਟਾਂਸਿਸ ਕਿਹੜੇ ਹੁੰਦੇ ਨੇ? ਇਹ ਉਹ ਸਬਸਟਾਂਸਿਸ ਹੁੰਦੇ ਨੇ, ਠੀਕ ਹੈ ਨਾ, ਜੋ ਪਲੇਨ ਆਫ ਪੋਲਰਾਈਜ਼ਡ ਲਾਈਟ ਨੂੰ ਕੀ ਕਰ ਦਿੰਦੇ ਨੇ ਰੋਟੇਟ ਕਰ ਦਿੰਦੇ ਨੇ, ਠੀਕ ਹੈ ਨਾ ਜੀ। ਤੇ ਦੇਖੋ ਇੱਕ ਸੋਰਸ ਹੁੰਦਾ, ਓਕੇ, ਸੋਰਸ ਦੇ ਵਿੱਚੋਂ ਇੱਦਾਂ ਲਾਈਟ ਜਿਹੜੀ ਆ ਉਹ ਆ ਰਹੀ ਹੁੰਦੀ ਹੈ, ਠੀਕ ਹੈ ਨਾ। ਫਿਰ ਇਹ ਲਾਈਟ ਜਿਹੜੀ ਹੈਗੀ ਹੈ, ਇੱਥੇ ਆਪਾਂ ਕੋਈ ਸੈਂਪਲ ਜਿਹੜਾ ਹੈ ਰੱਖਦੇ ਹਾਂ, ਇੱਥੇ ਲਾਈਟ ਹੁੰਦੀ ਹੈ, ਓਕੇ, ਤਾਂ ਪੋਲਰਾਈਜ਼ ਹੋ ਜਾਂਦੀ ਹੈ ਇਹ ਲਾਈਟ, ਸੈਂਪਲ ਰੱਖਦੇ ਹਾਂ, ਫਿਰ ਇਸ ਲਾਈਟ ਨੂੰ ਕੀ ਕਰ ਦਿੱਤਾ ਜਾਂਦਾ, ਇਹ ਲਾਈਟ ਜਿਹੜੀ ਹੈਗੀ ਇਸ ਤਰੀਕੇ ਨਾਲ ਰੋਟੇਟ ਹੋ ਜਾਂਦੀ ਹੈ। ਇਹਦੀ ਇਨੀਸ਼ੀਅਲ ਪੋਜੀਸ਼ਨ ਹੈ, ਫਿਰ ਇਹ ਰੋਟੇਟ ਹੋ ਜਾਂਦੀ ਹੈ। ਇਹਨੂੰ ਰੋਟੇਟ ਕੌਣ ਕਰਦਾ? ਆਪਟੀਕਲ ਐਕਟਿਵ ਸਬਸਟਾਂਸਿਸ ਹੀ ਰੋਟੇਟ ਕਰਦੇ ਨੇ, ਠੀਕ ਹੈ। ਉਹ ਜਿਹੜਾ ਸੈਂਪਲ ਅਸੀਂ ਲੈਂਦੇ ਹਾਂ ਉਹਦੇ ਵਿੱਚ ਆਪਟੀਕਲ ਐਕਟਿਵ ਸਬਸਟਾਂਸਿਸ ਰੱਖੇ ਜਾਂਦੇ ਨੇ। ਅੱਗੇ ਹੁੰਦਾ ਡੈਕਸਟਰੋ ਰੋਟੇਟਰੀ। ਸੋ ਜਿਹੜੇ ਐਸੇ ਸਬਸਟਾਂਸ ਜੋ ਮਤਲਬ ਉਹਨੂੰ ਕਿੱਦਾਂ ਪਲੇਨ ਆਫ ਪੋਲਰਾਈਜ਼ਡ ਲਾਈਟ ਨੂੰ ਰੋਟੇਟ ਕਰਦੇ ਨੇ, ਟੂਵਰਡ ਦਾ ਰਾਈਟ ਰੋਟੇਟ ਕਰਦੇ ਨੇ, ਉਹਨੂੰ ਕੀ ਕਹਿੰਦੇ ਨੇ? ਡੈਕਸਟਰੋ ਰੋਟੇਟਰੀ ਕਹਿੰਦੇ ਨੇ। ਜਿਹੜੇ ਰੋਟੇਟ ਕਰਦੇ ਨੇ ਪਲੇਨ ਆਫ ਪੋਲਰਾਈਜ਼ਡ ਲਾਈਟ ਨੂੰ ਲੈਫਟ ਵੱਲ, ਠੀਕ ਹੈ ਨਾ, ਉਹਨੂੰ ਕਹਿੰਦੇ ਨੇ ਲੀਵੋ ਰੋਟੇਟਰੀ। ਅੱਗੇ ਹੁੰਦਾ ਰੈਸਿਮਿਕ ਮਿਕਸਚਰ। ਰੈਸਿਮਿਕ ਮਿਕਸਚਰ ਕੀ ਹੈ? ਜਿਹੜੇ ਸਾਡੇ ਕੋਲੇ ਡੀ ਤੇ ਐਲ ਆਈਸੋਮਰਸ ਬਣਦੇ ਨੇ, ਜੇ ਉਹਨਾਂ ਨੂੰ ਐਡ ਕਰ ਦਈਏ, ਡੀ ਤੇ ਐਲ ਨੂੰ ਐਡ ਕਰ ਦਈਏ ਤਾਂ ਸਾਡੇ ਕੋਲ ਡੀ ਐਲ ਫੋਰਮ ਬਣ ਜਾਂਦੀ ਹੈ ਐਡ ਕਰਨ ਤੋਂ ਬਾਅਦ, ਹੈ ਨਾ, ਦੈਟ ਇਜ਼ 1:1 ਦੇ ਵਿੱਚ ਇਹਨੂੰ ਐਡ ਕਰਦੇ ਹਾਂ ਤਾਂ ਡੀ ਐਲ ਫੋਰਮ ਬਣ ਜਾਂਦੀ ਹੈ। ਇੱਥੇ ਕੀ ਹੁੰਦਾ? ਰੋਟੇਸ਼ਨ ਜਿਹੜੀ ਹੁੰਦੀ ਹੈ ਉਹ 0 ਹੁੰਦੀ ਹੈ। ਸੋ ਉਹ ਮਿਕਸਚਰ ਨੂੰ ਅਸੀਂ ਕਹਿੰਦੇ ਹਾਂ ਰੈਸਿਮਿਕ ਮਿਕਸਚਰ। ਸੋ ਆਪਟੀਕਲ ਆਈਸੋਮੈਰਿਜ਼ਮ ਦੀ ਗੱਲ ਚੱਲ ਰਹੀ ਹੈ। ਆਪਟੀਕਲ ਆਈਸੋਮੈਰਿਜ਼ਮ ਜੋ ਹੈ ਇਹਨੂੰ ਕੌਣ ਸ਼ੋ ਕਰਦਾ ਹੈ? ਦੈਟ ਇਜ਼ ਕਾਇਰਲ ਮੋਲੀਕਿਊਲ। ਕਿਹੜਾ ਮੋਲੀਕਿਊਲ? ਕਾਇਰਲ ਮੋਲੀਕਿਊਲ। ਕਾਇਰਲ ਮੋਲੀਕਿਊਲ ਹੁੰਦੇ ਨੇ ਅਗਰ ਮੈਟਲ ਦੇ ਸਰਾਊਂਡਿੰਗ ਦੇ ਵਿੱਚ ਸਾਰੇ ਗਰੁੱਪਸ, ਜਾਂ ਕਾਰਬਨ ਦੇ ਕਹਿ ਸਕਦੇ ਹੋ ਤੁਸੀਂ, ਕਾਰਬਨ ਦੇ ਸਰਾਊਂਡਿੰਗ ਸਾਰੇ ਗਰੁੱਪਸ ਟੋਟਲੀ ਡਿਫਰੈਂਟ ਹੁੰਦੇ ਨੇ, ਉਹ ਸਾਡੇ ਕੋਲੇ ਕਾਇਰਲ ਹੁੰਦਾ ਹੈ, ਓਕੇ। ਕਾਇਰਲ ਜੋ ਹੁੰਦੇ ਨੇ ਉਹਨਾਂ ਦੇ ਕੋਲੇ ਪਲੇਨ ਆਫ ਸਿਮੈਟਰੀ ਨਹੀਂ ਹੁੰਦੀ। ਸਪੋਜ਼ ਦੇਖੋ ਇੱਕ ਮੈਟਲ ਹੈ ਮੇਰੇ ਪਾਸ, ਓਕੇ, ਆਹ ਮੈਟਲ ਹੈ ਮੇਰੇ ਪਾਸ, ਠੀਕ ਹੈ। ਇੱਧਰ ਮੇਰੇ ਕੋਲ ਕੋਈ ਗਰੁੱਪ ਲੱਗਿਆ ਹੋਇਆ, ਸਪੋਜ਼ Cl ਹੈ, ਠੀਕ ਹੈ, ਇੱਧਰ Br ਹੈ, ਵੈਸੇ ਗੱਲ ਕਰ ਰਹੀ ਹਾਂ, ਇੱਧਰ H ਹੈ, ਓਕੇ, ਇੱਧਰ ਸਪੋਜ਼ Na ਹੈ, ਕੁਛ ਵੀ। ਸੋ ਇੱਥੇ ਮੈਂ ਜੇਕਰ ਐਵੇਂ ਲਾਈਨ, ਅਗਰ ਮੈਂ ਇੱਥੇ ਸਪੋਜ਼ ਇੱਥੇ ਲਾਈਨ ਖਿੱਚਦਾ, ਪਲੇਨ ਰੱਖਦਾ, ਤਾਂ ਜੋ ਇੱਧਰ ਵਾਲਾ ਗਰੁੱਪ ਹੈ ਉਹ ਇੱਧਰ ਵਾਲੇ ਗਰੁੱਪ ਦੇ ਸੇਮ ਨਹੀਂ ਹੈਗਾ, ਠੀਕ ਹੈ ਨਾ। ਮੀਨਸ ਇੱਥੇ ਮੈंने ਪਲੇਨ ਰੱਖਿਆ ਤਾਂ ਉਹ ਇੱਧਰ ਵਾਲਾ ਗਰੁੱਪ ਇੱਧਰ ਦੇ ਸੇਮ ਨਹੀਂ ਆ ਰਿਹਾ, ਸੋ ਇਸ ਕਰਕੇ ਮੈਂ ਕਹੂੰਗੀ ਇਹਦੇ ਕੋਲੇ ਪਲੇਨ ਆਫ ਸਿਮੈਟਰੀ ਨਹੀਂ ਹੈਗੀ, ਠੀਕ ਹੈ ਨਾ। ਸੋ ਕਾਇਰਲ ਦੇ ਸਾਰੇ ਗਰੁੱਪ ਡਿਫਰੈਂਟ ਹੁੰਦੇ ਨੇ, ਇਸ ਕਰਕੇ ਆਪਾਂ ਕਹਾਂਗੇ ਪਲੇਨ ਆਫ ਸਿਮੈਟਰੀ ਨਹੀਂ ਹੁੰਦੀ। ਨਾਨ ਸੁਪਰ ਇੰਪੋਜ਼ੇਬਲ ਹੁੰਦੇ ਨੇ ਜੀ। ਅਗਰ C ਹੈ ਤੇ ਇਹ C ਹੈ, ਇਹਦੀ ਇਮੇਜ ਐਵੇਂ ਬਣੇਗੀ, ਇਸ C ਨੂੰ ਚੱਕ ਕੇ ਤੁਸੀਂ ਇਹਦੇ ਉੱਪਰ ਰੱਖ ਕੇ ਦੇਖੋ, ਠੀਕ ਹੈ ਨਾ, ਕਿੱਦਾਂ ਰੱਖਿਆ ਜਾਊ? ਇੱਦਾਂ, ਠੀਕ ਹੈ ਨਾ। ਤਾਂ ਦੈਟ ਮੀਨ ਇਹ ਨਾਨ ਸੁਪਰ ਇੰਪੋਜ਼ੇਬਲ ਹੋ ਗਿਆ। ਆਪਟੀਕਲੀ ਐਕਟਿਵ ਹੁੰਦੇ ਨੇ। ਐਗਜ਼ਾਮਪਲ ਦੇਖੋ ਹੁਣ ਤੁਸੀਂ, एग्जाम्पल है दैट इज़ कि एग्जाम्पल है ये COEN3, आ हो गया कोबाल्ट, ओके, आ EN ग्रुप लगे हुए हैं, 3 ग्रुप लगे हुए हैं, देखो ये साडे कोल कंपाउंड है, ओके, कंपाउंड की रिप्रजेंटेशन की स्ट्रक्चर बनाई है। तो अगर असीं मिरर रखते हाँ तो फिर की होएगा? मिरर तो बाद जिहड़ी इहदी इमेज बनेगी वो इस तरीके नाल दिखाई देवेगी सानू। ये डैक्सट्रो है, दिस इज़ डैक्सट्रो, ठीक है ना। एंड जिहड़ी इहदी इमेज होएगी वो देखो टर्न कर गई ना, टर्न किवें कर गई? जो इधर वाला पार्ट सी वो इधरली साइड शो होने लग गया सानू, तो ये की होगी? लीवो। तो इनू जेकर तुसी इस स्ट्रक्चर नू चक के इहदे उपर रखोगे तो एग्जैक्टली नहीं धरी जाऊगी इहदे उपर, तो दैट मीन ये की है? नॉन सुपर इंपोजेबल, ठीक है जी, नॉन सुपर इंपोजेबल। नैक्सट देखो, ट्रांसफॉर्म डज नॉट शो ऑप्टिकल आइसोमेरिज्म, वेरी इंपॉर्टेंट। देखो ये ट्रांसफॉर्म होंदी है ना, मैंने हुणे उपर तुहानू दस्सिया सीगा ये चीज़ां कि क्लोरीन सामने ने, इधर ये भी सामने ने, ट्रांसफॉर्म है। जेकर तुसी इहदी इमेज देखो, मिरर लगाओ, इमेज देखो, वो भी सेम बनूगी। ओबवियसली जो सेम ही बन गया, ठीक है ना, तुसी इहनू चक के इहदे उपर धर के देखो, एग्जैक्टली धरिया जाऊगा। सो ये ऑप्टिकली इनएक्टिव दे विच आ गया, ठीक है ना। ऑप्टिकली एक्टिव नहीं है, ऑप्टिकली इनएक्टिव मीनस सुपर इंपोजेबल आ गया, ठीक है जी। तो जिहड़े सिस ने वो शो करते हैं, ठीक है ना, सिस जिहड़े हुंदे ने वो की करते हैं? ऑप्टिकली एक्टिव ऑप्टिकल आइसोमेरिज्म नू शो करते हैं। किवें? देखो आ सिस हैगा, सानू पता है कि क्लोरीन लगे हुए हैं, सिस आ गया, ये भी लगे हुए हैं। इहदी इमेज बनाओ, इमेज किद्दां बनूगी? देखो तो ये चीज़ जिहड़ी हैगी राइट वाल सी टूवर्ड द लैफ्ट होगी, एंड जो लैफ्ट वाल सी टूवर्ड द राइट होगी। हुण तुसी देख सकते हो कि जेकर ए वाली आइसोमर नू चक के इहदे उपर रखीए आपां, टोटली कंप्लीटली जिहड़ा है इहनू ये ओवरकम नहीं करूगा, है ना। दैट मीन यह की है? ये उपर नहीं रखा जा सकता, सो इस करके यह की है? नॉन सुपर इंपोजेबल, एंड वी कैन से दिस इज़ ऑप्टिकली एक्टिव, ओके जी, दिस इज़ ऑप्टिकली एक्टिव, ओके। सो नैक्सट जो है यह सीगा तुहाडा अज दा पोर्शन, ओके जी। सो जेकर तुहानू वीडियो पसंद लगी होवे, पसंद आई होवे, ठीक है ना, तो वीडियो नू लाइक करो तो सबसक्राइब करो,
ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਇਹਨਾਂ ਨੂੰ, ਨੀਅਰ ਡੀਅਰਸ ਨਾਲ ਆਪਣੇ। ਤੇ ਨੈਕਸਟ ਜੋ ਹੋਊਗਾ ਇਸ ਦਾ ਪਾਰਟ ਨੰਬਰ 4 ਕੰਪਲੀਟ, ਉਹਦੇ ਵਿੱਚ ਦੇਖਾਂਗੇ, ਟਰਾਈ ਕਰਾਂਗੇ ਕੰਪਲੀਟ ਕਰਨ ਦਾ। ਅਦਰਵਾਈਜ਼ 2 ਪਾਰਟ ਇਹਦੇ ਹੋਰ ਆਉਣਗੇ, ਠੀਕ ਹੈ ਨਾ, ਜਿਹਦੇ ਵਿੱਚ ਇੱਕ ਦੇ ਵਿੱਚ ਮੇ ਬੀ ਮੈਂ ਡਿਸਕਸ ਕਰੂੰਗੀ VBT ਐਂਡ ਨੈਕਸਟ ਦੇ ਵਿੱਚ ਹੋਏਗੀ ਕ੍ਰਿਸਟਲ ਫੀਲਡ ਥਿਊਰੀ। ਉਹਨੂੰ ਤੁਸੀਂ ਸਕਿਪ ਨਾ ਕਰਿਓ ਬਿਕੋਜ਼ ਕੋਆਰਡੀਨੇਸ਼ਨ ਚੈਪਟਰ ਹਾਈਲੀ ਇੰਪੋਰਟੈਂਟ ਹੈ, ਠੀਕ ਹੈ। VBT ਐਂਡ ਕ੍ਰਿਸਟਲ ਫੀਲਡ ਥਿਊਰੀ ਦੇ ਵਿੱਚੋਂ ਤਾਂ ਬਹੁਤ ਕੁਐਸਚਨ ਜਿਹੜੇ ਨੇ ਇੰਪੋਰਟੈਂਟ ਬਣੇ ਹੋਏ ਨੇ, ਠੀਕ ਹੈ। ਸੋ ਕ੍ਰਿਸਟਲ ਫੀਲਡ ਥਿਊਰੀ ਨੂੰ ਨਹੀਂ ਸਮਝੋਗੇ, ਥਿਊਰੀ ਨਹੀਂ ਸਮਝ ਆਊਗੀ ਤਾਂ ਉਹਦੇ ਤੁਸੀਂ ਕੁਐਸਚਨਸ ਜਿਹੜੇ ਨੇ ਜੋ ਐਗਜ਼ਾਮ 'ਚ ਆਏ ਹੋਏ ਨੇ ਤੁਸੀਂ ਉਹਨਾਂ ਨੂੰ ਕਿਉਂਕਿ ਸੋਲਵ ਕਰਕੇ ਕਰਨੇ ਹੁੰਦੇ ਆ ਤਾਂ ਸੋਲਵ ਨਹੀਂ ਕਰ ਪਾਉਂਗੇ, ਓਕੇ। ਸੋ ਉਹਦੀ ਥਿਊਰੀ ਜਿਹੜੀ ਹੈਗੀ ਉਹ ਸੁਣਨੀ ਬਹੁਤ ਜ਼ਰੂਰੀ ਹੈ, ਓਕੇ ਜੀ। ਪਹਿਲਾਂ ਪਾਰਟ 1 ਪਾਰਟ 2 ਜਿਸ ਨੇ ਨਹੀਂ ਸੁਣਿਆ, ਪਾਰਟ 3 ਅੱਜ ਵਾਲਾ ਹੋ ਗਿਆ, ਇਹਨਾਂ ਸਾਰਿਆਂ ਨੂੰ ਸੁਣੋ, ਇਹਨਾਂ ਦੇ ਨੋਟਸ ਬਣਾਓ ਕੰਪਲੀਟਲੀ, ਸ਼ਾਰਟ ਨੋਟਸ ਬਣਾ ਲਓ, ਚਾਹੇ ਵੀਡੀਓ ਨੂੰ ਤੁਸੀਂ 1-2 ਵਾਰ ਦੇਖ ਲਓ, ਠੀਕ ਹੈ ਨਾ, ਤਾਂ ਹੀ ਜੋ ਹੈ ਤੁਹਾਡਾ ਸਕਸੈਸ ਜਿਹੜਾ ਹੈ ਤੁਹਾਨੂੰ ਮਿਲੂਗਾ। ਇਸ ਕਰਕੇ ਜੋ ਹੈ ਪ੍ਰੈਕਟਿਸ ਕਰਦੇ ਰਹੋ। ਕੁਐਸਚਨਸ ਤੁਸੀਂ ਥਿਊਰੀ ਪੜ੍ਹ ਲਈ ਤਾਂ ਇਸ ਤੋਂ ਬਾਅਦ ਤੁਸੀਂ ਕੁਐਸਚਨਸ ਜ਼ਰੂਰ ਟਰਾਈ ਕਰਿਆ ਕਰੋ ਬੁੱਕਸ ਦੇ ਵਿੱਚੋਂ, ਅਗਰ ਜਾਂ ਫਿਰ ਸਰਚ ਕਰ ਲਿਆ ਕਰੋ, ਠੀਕ ਹੈ। ਸੋ ਬੈਸਟ ਆਫ ਲੱਕ ਫॉर योर एग्ज़ाम, ਓਕੇ। ਪੜ੍ਹਦੇ ਰਹੋ। ਸੋ ਥੈਂਕ ਯੂ, ਥੈਂਕ ਯੂ, ਥੈਂਕ ਯੂ ਅ ਲੋਟ।